हाँ जी, शुरू ਕਰਨ ਜਾ ਰਹੇ ਹਾਂ ਬੱਚੇ ਆਪਾਂ। ਸਤਿ ਸ਼੍ਰੀ ਅਕਾਲ। ਤੇ ਅੱਜ ਦੀ ਕਲਾਸ ਬੜੀ ਹੀ ਇੰਪੋਰਟੈਂਟ ਹੈ, ਖਾਸ ਕਰਕੇ ਉਹਨਾਂ ਬੱਚਿਆਂ ਲਈ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਬੱਚੇ ਨੇ ਸਾਰੀ ਪਿੱਛੇ ਪੋਲਿਟੀ ਵਧੀਆ ਤਰੀਕੇ ਨਾਲ ਰਿਵਾਈਜ਼ ਕੀਤੀ ਹੋਈ ਹੈ, ਵਧੀਆ ਤਰੀਕੇ ਨਾਲ ਨੋਟ ਕੀਤੀ ਹੋਈ ਹੈ, ਕਿਉਂਕਿ ਅੱਜ ਦਾ ਪਾਰਟ ਆਪਾਂ ਨੂੰ ਓਵਰਆਲ ਸਾਰਾ ਸੰਵਿਧਾਨ ਘਕਾ ਦੂਗਾ, ਸਾਰਾ ਸੰਵਿਧਾਨ ਘੁਮਾ ਦੂਗਾ, ਕਿਉਂਕਿ ਮੈਂ ਸਾਰੀਆਂ ਤੁਹਾਨੂੰ ਅੱਜ ਬੱਚੋ ਮੇਨ ਅਮੈਂਡਮੈਂਟਾਂ ਕਰਵਾਉਂਗਾ ਤੇ ਮੇਨ ਵਿੱਚ ਗੱਲਾਂ ਤੁਹਾਨੂੰ ਮੈਂ ਬਾਰ-ਬਾਰ ਫੇਰ ਰਿਪੀਟ ਕਰਦਿਆ ਕਰੂੰਗਾ ਕਿ ਫਲਾਣੇ ਪਾਰਟ ਵਿੱਚ ਆਹ ਅਮੈਂਡਮੈਂਟ ਹੋਈ ਹੈ, ਧੌਂਕੇ 'ਚ ਇਹ ਅਮੈਂਡਮੈਂਟ ਹੋਈ ਹੈ। ਉਹ ਲਿਖੀਆਂ ਨਹੀਂ ਹੋਈਆਂ ਅੱਜ ਅਮੈਂਡਮੈਂਟਾਂ ਸਾਰੀਆਂ ਆਪਾਂ ਉਹ ਲਿਖਾਂਗੇ ਜੋ ਫਸਟ ਟਾਈਮ ਕਰਨੀਆਂ ਆਪਾਂ, ਜਿਹੜੀਆਂ ਆਪਾਂ ਪਿੱਛੇ ਮੇਨ ਅਮੈਂਡਮੈਂਟਸ ਨਹੀਂ ਕਰੀਆਂ ਉਹ ਸਾਰੀਆਂ ਮੈਂ ਅੱਜ ਇੱਕ ਜਗ੍ਹਾ ਤੇ ਫੇਰ ਛਾਂਟ ਲਈਆਂ, ਫਿਰ ਸਾਰੀਆਂ ਆਪਣੀਆਂ ਅਮੈਂਡਮੈਂਟਾਂ ਵੀ ਸਟਰੋਂਗ ਹੋ ਜਾਣਗੀਆਂ। ਜਿਵੇਂ 42ਵੀਂ ਅਮੈਂਡਮੈਂਟ ਹੈ, 44ਵੀਂ ਹੈ, ਆਪਾਂ 97ਵੀਂ ਅਮੈਂਡਮੈਂਟ ਦੇਖੀ ਸੀ, 43B ਦੇ ਵਿੱਚ ਹੋਰ ਕਾਫੀ ਆਪਾਂ ਅਮੈਂਡਮੈਂਟਾਂ ਦੇਖੀਆਂ ਹੋਣਗੀਆਂ। ਉਹ ਸਾਰੀਆਂ ਅਮੈਂਡਮੈਂਟਾਂ ਅੱਜ ਆਪਾਂ ਡਿਸਕਸ ਕਰਾਂਗੇ। ਬਟ ਅਮੈਂਡਮੈਂਟਾਂ ਪੜ੍ਹਨ ਤੋਂ ਪਹਿਲਾਂ ਆਪਾਂ ਤੁਹਾਨੂੰ ਪਤਾ ਹੈ ਹੈਡਿੰਗ ਤੋਂ ਬਿਨਾਂ ਆਪਾਂ ਸ਼ੁਰੂਆਤ ਨਹੀਂ ਕਰਦੇ ਬੱਚੋ, ਇਹ ਆਪਣਾ ਪੱਕਾ ਅਸੂਲ ਹੈ। ਪਾਰਟ ਨੰਬਰ 20ਵਾਂ ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ ਤੇ ਇੱਕੋ ਹੀ ਆਰਟੀਕਲ ਬੱਚੋ 368 368। ਪਹਿਲਾਂ ਆਪਾਂ ਅਮੈਂਡਮੈਂਟਾਂ ਪੜ੍ਹਨ ਤੋਂ ਪਹਿਲਾਂ ਆਪਾਂ 4-5 ਕੀਮਤੀ ਪੁਆਇੰਟ ਦੇਖਣੇ ਆ ਜਿਹੜੇ ਕਿ ਅਮੈਂਡਮੈਂਟ ਦੇ ਰਿਗਾਰਡਿੰਗ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਜੋ ਆਪਾਂ ਆਪਣੇ ਸੰਵਿਧਾਨ ਸੋਧ ਕਰਦੇ ਆ ਉਹਦੇ ਰਿਗਾਰਡਿੰਗ 5 ਪੁਆਇੰਟ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਦੇਖੋ ਪਹਿਲਾ ਪੁਆਇੰਟ ਕਿਹੜਾ ਹੈ, ਕਹਿੰਦੇ ਜਿਹੜਾ ਬਿੱਲ ਹੈ, ਜਿਹੜਾ ਆਪਣਾ ਸੰਵਿਧਾਨ ਦੇ ਵਿੱਚ ਸੋਧ ਕਰਨ ਵਾਲਾ ਬਿੱਲ ਹੈ, ਕਹਿੰਦੇ ਇਹਨੂੰ ਆਪਾਂ ਕਿਸੇ ਵੀ ਹਾਊਸ ਦੇ ਵਿੱਚ ਲਿਆ ਸਕਦੇ ਆ। ਕੈਨ ਬੀ ਇੰਟਰੋਡਿਊਸਡ, ਆ ਦੇਖੋ ਮੈਂ ਕੀ ਪਾਇਆ ਐਨੀ ਹਾਊਸ ਆਫ ਪਾਰਲੀਮੈਂਟ, ਵੀ ਇਹਦੀ ਕੋਈ ਪਛਾਣ ਮਣੀ ਬਿੱਲ ਵਾਲੀ ਨਹੀਂ ਹੈਗੀ, ਵੀ ਇਹ ਸਿਰਫ ਲੋਕ ਸਭਾ ਦੇ ਵਿੱਚ ਹੀ ਲਿਆਂਦਾ ਜਾ ਸਕਦਾ। ਸਮਝੇ ਮੇਰੀ ਗੱਲ? ਹਾਂ, ਇੱਥੋਂ ਇਹ ਵੀ ਸਿੱਖਣ ਨੂੰ ਮਿਲ ਗਿਆ ਵੀ ਸੰਵਿਧਾਨ 'ਚ ਸੋਧ ਕਰਨ ਦੇ ਰਿਗਾਰਡਿੰਗ ਆਪਣੀਆਂ ਵਿਧਾਨ ਸਭਾ ਕੋਲੇ, ਆਪਣੀਆਂ ਬੱਚੋ ਜੋ ਸਟੇਟ ਲੈਜਿਸਲੇਚਰਸ ਹੈ ਉਹਨਾਂ ਕੋਲੇ ਕੋਈ ਪਾਵਰ ਨਹੀਂ, ਉੱਥੇ ਆਪਾਂ ਸੰਵਿਧਾਨ ਸੋਧ ਕਰਨ ਵਾਲਾ ਬਿੱਲ ਨਹੀਂ ਲਿਆ ਸਕਦੇ। ਇੱਥੋਂ ਇਹ ਵੀ ਸਿੱਖਣ ਨੂੰ ਮਿਲ ਗਿਆ। ਹਾਂ, ਲੋਕ ਸਭਾ 'ਚ ਲਿਆਓ, ਰਾਜ ਸਭਾ 'ਚ ਲਿਆਓ, ਪਾਰਲੀਮੈਂਟ 'ਚ ਸੋਧ ਕਰਨ ਵਾਸਤੇ ਇਹਨਾਂ ਦੋਨਾਂ ਹਾਊਸਾਂ 'ਚ ਕਿਤੇ ਵੀ ਲਿਆ ਸਕਦੇ ਆ। ਚਲੋ ਦੂਜੀ ਗੱਲ, ਅਮੈਂਡਮੈਂਟ ਕਰਨ ਵਾਸਤੇ ਆਪਾਂ ਰਾਸ਼ਟਰਪਤੀ ਦੀ ਬੱਚੋ ਆਰਡੀਨੈਂਸ ਮੇਕਿੰਗ ਪਾਵਰ ਦੀ ਵਰਤੋਂ ਨਹੀਂ ਕਰ ਸਕਦੇ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਯਾਦ ਹੈ ਨਾ? ਆਰਡੀਨੈਂਸ ਪਾਵਰ ਆਫ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ 'ਚ ਆ ਬੱਚੋ? ਆਰਟੀਕਲ ਨੰਬਰ 123 ਹੈ। ਐ ਨਹੀਂ ਪਾਰਲੀਮੈਂਟ ਹੁਣ ਸੈਸ਼ਨ ਦੇ ਵਿੱਚ ਨਹੀਂ ਤਾਂ ਸਰਕਾਰ ਮਤਲਬ ਰਾਸ਼ਟਰਪਤੀ ਦੇ ਆਰਡੀਨੈਂਸ ਰਾਹੀਂ ਸੰਵਿਧਾਨ 'ਚ ਸੋਧ ਹੀ ਕਰਾ ਦੇ। ਸਮਝੇ ਮੇਰੀ ਗੱਲ? ਐ ਨਹੀਂ ਹੋ ਸਕਦਾ। ਪਾਰਲੀਮੈਂਟ ਬਕਾਇਦਾ ਸੈਸ਼ਨ 'ਚ ਹੋਣੀ ਚਾਹੀਦੀ ਹੈ। ਦੋਨੇ ਹਾਊਸ ਸਪੈਸ਼ਲ ਮੈਜੋਰਟੀ 2/3 ਪਾਸ ਕਰਨਗੇ। ਵੈਸੇ ਪੁਆਇੰਟ ਤਾਂ ਅੱਗੇ ਆਪਾਂ ਦੇਖਾਂਗੇ। ਇਹ ਸਾਰੇ ਪੁਆਇੰਟ ਤੁਸੀਂ ਬੱਚੋ ਨੋਟ ਕਰਦੇ ਜਾਇਆ ਕਰੋ। ਨੋਟ, ਸਾਰੇ ਪੁਆਇੰਟ ਕੀਮਤੀ ਹੈ। ਇਹੀ ਤਾਂ ਆਪਾਂ ਨੂੰ ਐਗਜ਼ਾਮ 'ਚ ਵੱਡੀਆਂ ਸਟੇਟਮੈਂਟਾਂ ਬਣ ਜਾਣਗੀਆਂ ਜਿਹੜੀਆਂ ਆਪਾਂ ਨੂੰ ਉਲਝਾ ਦਿੰਦੀਆਂ। ਦੂਜੀ ਗੱਲ, ਕਹਿੰਦੇ ਆ ਵੀ ਫਾਰਮੈਲਿਟੀ ਕਰਨ ਦੀ ਲੋੜ ਨਹੀਂ। ਆਮ ਤੌਰ ਤੇ ਪਾਰਲੀਮੈਂਟ 'ਚ ਕੋਈ ਵੀ ਬਿੱਲ ਲਿਆਉਣਾ ਹੁੰਦਾ ਨਾ, ਇਹ ਬੱਚਿਆਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ। ਪਹਿਲਾਂ ਰਾਸ਼ਟਰਪਤੀ ਤੋਂ ਰਿਕਮੈਂਡੇਸ਼ਨ, ਇੱਕ ਮਨਜ਼ੂਰੀ ਫਾਰਮੈਲਿਟੀ ਜੀ ਹੈ, ਵੀ ਅਸੀਂ ਆਹ ਬਿੱਲ ਲੈ ਕੇ ਆਉਣਾ, ਵੀ ਲੈ ਕੇ ਬਾਪੂ, ਉਹ ਕਹਿੰਦਾ ਬਸ ਲਿਆਓ। ਉਹਨੇ ਤਾਂ ਕਿਤੇ ਕਹੇ ਨਹੀਂ ਵੀ ਨਹੀਂ ਲੈ ਕੇ ਆਉਣਾ। ਤੇ ਕੁੱਲ ਮਿਲਾ ਕੇ ਯਾਦ ਰੱਖਣਾ ਹੈ, ਜੇਕਰ ਆਪਣਾ ਸੰਵਿਧਾਨ 'ਚ ਸੋਧ ਕਰਨ ਵਾਲਾ ਬਿੱਲ ਆ ਬੱਚੋ ਤਾਂ ਇਸ ਕੇਸ ਦੇ ਵਿੱਚ ਰਾਸ਼ਟਰਪਤੀ ਤੋਂ ਪਹਿਲਾਂ ਰਿਕਮੈਂਡੇਸ਼ਨ ਲੈਣ ਦੀ ਲੋੜ ਵੀ ਨਹੀਂ। ਆ ਦੇਖੋ ਮੈਂ ਕੀ ਪਾਇਆ, ਨੋਟ ਪਾਇਆ। ਕਹਿੰਦੇ ਪ੍ਰਾਇਰ ਰਿਕਮੈਂਡੇਸ਼ਨ ਆਫ ਪ੍ਰੈਜ਼ੀਡੈਂਟ, ਇਸ ਪ੍ਰਾਇਰ ਦਾ ਮਤਲਬ ਪਹਿਲਾਂ, ਕਹਿੰਦੇ ਪਹਿਲਾਂ ਕੋਈ ਸਲਾਹ ਮਸ਼ਵਰਾ ਲੈਣ ਦੀ ਕੋਈ ਲੋੜ ਨਹੀਂ ਜਦੋਂ ਆਪਾਂ ਕਹਿੰਦੇ ਸੰਵਿਧਾਨ 'ਚ ਸੋਧ ਕਰਨ ਵਾਲਾ ਬਿੱਲ ਲੈ ਕੇ ਆਉਣਾ। ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਨੂੰ ਨਾ ਕਈ ਵਾਰੀ ਅਖਬਾਰਾਂ ਤੇ ਸ਼ਾਰਟ 'ਚ ਕੈਬ ਪਾ ਦਿੰਦੇ ਆ ਕਿ ਤੁਹਾਨੂੰ ਉਲਝੇ ਵੀ ਕੈਬ, ਕਿਤੇ ਉਹ ਜਿਹੜੇ ਹੁੰਦੇ ਟੈਕਸ ਟੂਕਸ ਕਿਤੇ ਉਹ ਕੈਬ ਸਮਝ ਲਓ। ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ। ਦੂਜੀ ਗੱਲ, ਜਦੋਂ ਭਾਈ ਹਾਊਸਾਂ ਦੇ ਵਿੱਚ ਬਿੱਲ ਲਿਆਂਦਾ, ਕਹਿੰਦੇ ਇਹ ਬਿੱਲ ਪਾਸ ਕਰਨਾ ਜ਼ਰੂਰੀ ਹੈ ਦੋਨੇ ਹਾਊਸਾਂ ਦੇ ਵਿੱਚ। ਉਹ ਵੀ ਭਾਈ ਅੱਡ ਮਤਲਬ ਅੱਡ ਕਿਉਂ ਦੱਸਦਾ ਮੈਂ, ਥੱਲੇ ਕੀ ਲਿਖਿਆ ਹੈ, ਬਾਈ ਸਪੈਸ਼ਲ ਮੈਜੋਰਿਟੀ 2/3 ਪ੍ਰੈਜ਼ੈਂਟ ਐਂਡ ਵੋਟਿੰਗ। ਸੋ ਸਾਰੇ ਕੀਮਤੀ ਪੁਆਇੰਟ ਯਾਦ ਰੱਖਣੇ ਹੈ। ਪਹਿਲਾਂ ਤੇ ਇਸ ਬਿੱਲ ਨੂੰ ਕਿਸੇ ਵੀ ਹਾਊਸ ਲਿਆ ਸਕਦੇ ਆ। ਰਾਸ਼ਟਰਪਤੀ ਤੋਂ ਪਹਿਲਾਂ ਲਿਆਉਣ ਦੀ ਮਤਲਬ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈਗੀ। ਰਾਸ਼ਟਰਪਤੀ ਦੀ ਆਰਡੀਨੈਂਸ ਮੇਕਿੰਗ ਪਾਵਰ ਦੀ ਵਰਤੋਂ ਨਹੀਂ ਕਰ ਸਕਦੇ। ਅੱਡ ਪਾਸ ਕਰਨਾ ਸਪੈਸ਼ਲ ਮੈਜੋਰਟੀ ਨਾਲ। ਮੰਨ ਲਓ ਬੱਚੋ ਰਾਜ ਸਭਾ ਤੇ ਲੋਕ ਸਭਾ ਦੋਨਾਂ ਹਾਊਸਾਂ ਦੇ ਵਿੱਚ ਕੋਈ ਡੈਡਲੌਕ ਹੋ ਗਿਆ, ਕੁੰਡੀਆਂ ਦੇ ਸਿੰਘ ਫਸ ਗਏ, ਜਦ ਆਰਟੀਕਲ ਨੰਬਰ 108 ਜੁਆਇੰਟ ਸੈਸ਼ਨ ਆਫ ਪਾਰਲੀਮੈਂਟ, ਤਾਂ ਇਹ ਬਿੱਲ ਸਮਝ ਲਓ ਕੀ ਹੋ ਗਿਆ ਬੱਚੋ, ਖਤਮ ਹੋ ਗਿਆ। ਜੇ ਇੱਧਰ ਪਾਸ ਨਹੀਂ ਹੋਇਆ ਬਿੱਲ ਖਤਮ ਹੈ, ਜੇ ਇੱਧਰ 2/3 ਪ੍ਰੈਜ਼ੈਂਟ ਵੋਟ ਪਾਸ, ਬਿੱਲ ਖਤਮ ਹੈ। ਕਿਉਂਕਿ ਇਹਦੇ ਵਿੱਚ ਆਪਾਂ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ ਨਹੀਂ ਬਿਠਾ ਸਕਦੇ। ਦੇਖੋ ਇਫ देयर इज डिसएग्रीमेंट, ਵੀ ਦੋਨਾਂ ਧਿਰਾਂ 'ਚ ਗੱਲ ਬਣੀ ਨਹੀਂ, ਦੋਨੇ ਧਿਰਾਂ 'ਚ ਗੱਲ ਬਣੀ ਨਹੀਂ, ਟੂ ਹਾਊਸਸ देयर इज नो प्रोविजन ऑफ जॉइंट सिटिंग। ਇੱਥੇ ਨੋ ਕੀਮਤੀ ਹੈ, ਆ ਬੋਥ ਕੀਮਤੀ ਹੈ, ਆ ਵੀ ਨੋਟ ਕੀਮਤੀ ਹੈ।
ਤੇ ਇੱਥੇ ਵੀ ਆਪਣਾ ਨੋਟ ਕੀਮਤੀ ਹੈ। ਸਮਝੇ ਮੇਰੀ ਗੱਲ? ਸੋ ਗੁੱਡ ਪੁਆਇੰਟ ਹੈ, ਇਹ ਆਪਾਂ ਬਸ ਇੱਥੇ ਲਿਆ ਸਕਦੇ ਹਾਂ। ਦੂਜੀ ਗੱਲ, ਜਦੋਂ ਰਾਜ ਸਭਾ ਤੇ ਲੋਕ ਸਭਾ ਨੇ, ਚਲੋ ਠੀਕ ਹੈ, ਦੋਨੇ ਹਾਊਸਾਂ ਨੇ ਮੰਨ ਲਓ ਬਿੱਲ ਪਾਸ ਕਰਤਾ, ਦੋਨੇ ਹਾਊਸਾਂ ਨੇ ਬਿੱਲ ਪਾਸ ਕਰਤਾ, ਮਤਲਬ ਸੰਵਿਧਾਨ 'ਚ ਸੋਧ ਕਰਨ ਵਾਲਾ ਬਿੱਲ ਕਹਿ ਰਿਹਾ ਮੈਂ, ਰਾਜ ਸਭਾ ਤੇ ਲੋਕ ਸਭਾ। ਉਸ ਤੋਂ ਬਾਅਦ ਬਿੱਲ ਕੀ ਹੁੰਦਾ ਬੱਚਿਓ? ਐਕਟ ਕਦੋਂ ਬਣੂਗਾ? ਇਹ ਕਾਨੂੰਨ ਕਦੋਂ ਬਣਦਾ ਹੈ? ਜਦੋਂ ਰਾਸ਼ਟਰਪਤੀ ਸਾਈਨ ਠੋਕਦਾ ਹੈ। ਤੇ ਰਾਸ਼ਟਰਪਤੀ ਦਾ ਵੀ ਠੋਕ ਕੇ ਲਿਖਿਆ ਪਿਆ ਸੰਵਿਧਾਨ 'ਚ, ਅਮੈਂਡਮੈਂਟ ਨਾਲ ਨਹੀਂ ਲਿਖਿਆ। ਕਹਿੰਦੇ ਇਹਦੇ 'ਚ ਤੂੰ ਅਣਾਕਣੀ ਨਹੀਂ ਕਰ ਸਕਦਾ, ਵੀ ਜਦੋਂ ਅਸੀਂ ਸੋਧ ਵਾਲਾ ਬਿੱਲ ਤੇਰੇ ਕੋਲੇ ਪਾਸ ਕਰਕੇ ਭੇਜਤਾ, ਬੰਦਿਆਂ ਨੂੰ ਨਾਲ ਦੀ ਨਾਲ ਸਾਈਨ ਕਰਦੇ। ਇਹ ਜ਼ਰੂਰੀ ਕਰਤਾ, ਜ਼ਰੂਰੀ, ਵੀ ਉਹ ਐਵੇਂ ਨਹੀਂ ਕਹਿ ਸਕਦਾ ਵੀ ਰੀਕਨਸੀਡਰੇਸ਼ਨ ਵਾਸਤੇ ਵਾਪਸ ਲੈ ਜਾਓ, ਜਾਂ ਮੈਂ ਕੋਈ ਨਹੀਂ ਪਰਸੋਂ ਭੇਜ ਦੂੰ ਚੌਥੇ ਭੇਜ ਦੂੰ, ਨਾ 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 ਨਾ। ਆਹ ਦੇਖੋ, ਉਦੋਂ ਵੀ ਸਿਰੇ ਦਾ ਪੁਆਇੰਟ ਹੈ। ਕਹਿੰਦੇ once the bill is passed in both houses the bill is sent to the president for the approval। obvious ਹੈ, ਭੇਜਣੀ ਭੇਜਣਾ। ਉਹ ਬਿੱਲ ਬਣਾਉਣ ਦਾ ਫਾਇਦਾ ਕੀ ਹੈ? ਵੀ ਕਾਨੂੰਨ ਬਣਾਉਣਾ ਹੈ, ਉਹਨੂੰ ਆਪਾਂ ਐਕਟ ਬਣਾਉਣਾ ਹੈ, ਤੇ ਐਕਟ ਕਦੋਂ ਬਣੂ? ਜਦੋਂ ਰਾਸ਼ਟਰਪਤੀ ਸਾਈਨ ਠੋਕੂਗਾ। ਫਿਰ ਆਹ ਦੇਖੋ ਕੀ ਲਿਖਿਆ ਹੈ, ਕਹਿੰਦੇ 24ਵੀਂ ਅਮੈਂਡਮੈਂਟ 1971। ਲਓ ਵੀ ਟੌਪਿਕ ਵੀ ਅਮੈਂਡਮੈਂਟ ਦਾ ਹੀ ਹੈ, ਤੇ ਪਹਿਲੀਆਂ 'ਚ ਇੱਕ ਅਮੈਂਡਮੈਂਟ ਹੋਰ ਆ ਯਾਦ ਕਰਨ ਵਾਲੀ। ਕਹਿੰਦੇ 24ਵੀਂ ਅਮੈਂਡਮੈਂਟ 1971 ਨੇ ਇਹ ਜ਼ਰੂਰੀ ਕਰਤਾ, ਓਬਲੀਗੇਟਰੀ ਮਤਲਬ ਜ਼ਰੂਰੀ ਹੈ, ਸਾਈਨ ਕਰਨੇ ਪੈਣਗੇ, ਨਹੀਂ ਕਰਨਾ ਤੇ ਅੰਗੂਠਾ ਲਾ ਦਿਓ, ਚੱਕਰ ਵਾਲੀ ਗੱਲ ਨਹੀਂ। ਹੈਡ ਮੇਡ ਇਟ ਓਬਲੀਗੇਟਰੀ ਫॉर द प्रेसिडेंट टू गिव हिज assent। assent ਦਾ ਮਤਲਬ ਹੁੰਦਾ ਮਨਜ਼ੂਰੀ, ਵੀ ਮਨਜ਼ੂਰੀ ਦੇਣਾ ਜ਼ਰੂਰੀ ਹੈ ਟੂ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ। ਸਮਝ ਗਏ? ਸੋ ਸਾਰੇ ਪੁਆਇੰਟ ਬੱਚੋ ਨੋਟ ਕਰ ਲਓ, ਇਹ ਪਹਿਲਾਂ ਤੁਹਾਨੂੰ ਪੁਆਇੰਟ ਪਤਾ ਹੋਣੇ ਚਾਹੀਦੇ ਹਨ। ਫਿਰ ਆਪਾਂ ਸਾਰੀਆਂ ਅਮੈਂਡਮੈਂਟ ਹੈ, ਉਹ ਤਾਂ ਗਾਹਾਂ ਰੱਟਾਫਿਕੇਸ਼ਨ ਹੀ ਹੈ। ਜਿਹੜਾ ਬੰਦਾ ਰੱਟਾ ਚੰਗਾ ਲਾ ਲੂਗਾ ਉਹ ਯਾਦ ਕਰ ਲੂਗਾ ਵੀ ਹਾਂ 7ਵੀਂ ਚਾਹ ਹੋਇਆ ਸੀ, 10ਵੀਂ ਚਾਹ ਹੋਇਆ ਸੀ, 12ਵੀਂ ਚਾਹ ਹੋਇਆ ਸੀ, 15ਵੀਂ ਚਾਹ ਹੋਇਆ ਸੀ, ਫਲਾਨੀ ਚਾਹ ਹੋਇਆ ਸੀ। ਬਸ ਸੋ ਈਜ਼ੀ, ਗਾਹਾਂ ਤੱਕ ਕੰਮ ਬੜਾ ਹੀ ਸੌਖਾ ਬੱਚਿਓ। ਚਲੋ ਫਿਰ ਚੱਲ ਗਏ ਅੱਗੇ ਆਪਾਂ ਅਗਲਾ ਪੁਆਇੰਟ ਫਿਰ ਆਪਾਂ ਦੇਖਣ ਜਾ ਰਹੇ ਹਾਂ। ਹੁਣ ਸ਼ੁਰੂ ਕਰਦੇ ਹਾਂ ਬੱਚੋ ਆਪਾਂ ਇੰਪੋਰਟੈਂਟ ਅਮੈਂਡਮੈਂਟਸ। ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਇੰਪੋਰਟੈਂਟ ਅਮੈਂਡਮੈਂਟਸ। 7ਵੀਂ ਅਮੈਂਡਮੈਂਟ 1956। 7ਵੀਂ ਅਮੈਂਡਮੈਂਟ 1956 ਬੱਚੋ ਬੜੀ ਪਿਆਰੀ ਅਮੈਂਡਮੈਂਟ ਹੈ। ਪਹਿਲਾਂ ਤਾਂ ਆਪਾਂ ਇਹ ਦੱਸੋ ਪਹਿਲਾਂ ਕਿੱਥੇ ਪੜ੍ਹੀ ਹੋਈ ਹੈ? ਇਸ ਅਮੈਂਡਮੈਂਟ ਦੇ ਨਾਲ ਆਪਾਂ ਪਾਰਟ ਨੰਬਰ 7ਵੇਂ ਨੂੰ ਰਿਮੂਵ ਕੀਤਾ ਸੀਗਾ, ਉਹ ਪੁਆਇੰਟ ਨਹੀਂ ਇੱਥੇ ਲਿਖਾਂਗੇ, ਨਵੇਂ ਪੁਆਇੰਟ ਲਿਖਾਂਗੇ। ਇਸ ਅਮੈਂਡਮੈਂਟ ਨੇ ਕਲੀਅਰ ਕਰਤਾ ਵੀ ਜਿਹੜਾ ਸੇਮ ਬੰਦਾ ਹੈ, ਸੇਮ ਬੰਦਾ ਕੈਨ ਬੀ ਅਪੁਆਇੰਟਡ ਐਸ ਗਵਰਨਰ ਫॉर 2 or more ਸਟੇਟਸ। ਤੇ ਅੱਜ ਆਪਾਂ ਕਰੰਟ ਅਫੇਅਰ 'ਚ ਜੀ ਪੜ੍ਹਦੇ ਵੀ ਹੁੰਦੇ ਆ ਵੀ ਇੱਕੋ ਬੰਦੇ ਨੂੰ ਵੱਖ-ਵੱਖ ਸਟੇਟਾਂ ਦਾ ਗਵਰਨਰ ਬਣਾਉਂਦੇ ਆ। ਜਿਵੇਂ ਗਵਾਂਢ 'ਚ ਕੋਈ ਮੰਨ ਲਓ ਗਵਰਨਰ ਅਸਤੀਫਾ ਦੇ ਗਿਆ, ਜਾਂ ਵਿਚਾਰਾ ਰਿਟਾਇਰਮੈਂਟ ਲੈ ਗਿਆ, ਵੈਸੇ ਮਤਲਬ ਰੈਜ਼ਿਗਨੇਸ਼ਨ ਦੇ ਗਿਆ, ਜਾਂ ਵਿਚਾਰਾ ਮੌਤ ਹੋ ਗਈ, ਡੈਥ ਹੋ ਗਈ, ਤਾਂ ਨਾਲ ਵਾਲੇ ਗਵਰਨਰ ਨੂੰ ਕਹਿੰਦੇ ਆ ਤੂੰ ਵੀ ਇੱਧਰਲਾ ਕੰਮ ਕਰ ਸਾਂਭ ਲਾ ਯਾਰ। ਇਹ ਆਪਣੀ 7ਵੀਂ ਅਮੈਂਡਮੈਂਟ ਨੇ ਕੀਤਾ ਕਿ ਸੇਮ ਪਰਸਨ ਕੈਨ ਬੀ ਅਪੁਆਇੰਟਡ ਐਸ ਗਵਰਨਰ ਫॉर 2 or more ਸਟੇਟ। ਆਹ ਪੁਆਇੰਟ ਬੜਾ ਕੀਮਤੀ ਹੈ ਬੱਚੋ। ਇੱਥੇ ਤੁਹਾਨੂੰ ਫਿਰ ਮੈਂ ਤੁਹਾਨੂੰ ਕੀ ਆਖੀ ਜਾਂਦਾ, ਅੱਜ ਦੀ ਕਲਾਸ 'ਚ ਕੰਫਰਟੇਬਲ ਉਹੀ ਫੀਲ ਕਰਨਗੇ ਜਿਹੜੇ ਪਿੱਛੇ ਸਖਤ ਮਿਹਨਤ ਕਰਦੇ ਆਉਂਦੇ ਆ। ਹੁਣ ਲੈਜਿਸਲੇਟਿਵ ਕਾਉਂਸਲ, ਵਿਧਾਨ ਪਰਿਸ਼ਦ, ਇਸ ਸੰਵਿਧਾਨ ਦੇ ਕਿਹੜੇ ਆਰਟੀਕਲ 'ਚ ਕੰਪੋਜੀਸ਼ਨ? ਆਰਟੀਕਲ ਨੰਬਰ 173। ਤੁਹਾਨੂੰ ਪੜ੍ਹਾਈ ਨਹੀਂ ਮੈਂ 170 ਤੇ 171, ਹੁਣ ਮੁੱਕਰੀ ਜਾਂਦੇ ਹੋ। ਤੁਹਾਨੂੰ 171 'ਚ ਮੈਂ ਕੀ ਪੜ੍ਹਾਇਆ ਸੀ ਵੀ ਜਿਹੜੇ ਭਾਈ ਕਾਉਂਸਲ ਦੇ ਵੱਧੋ ਵੱਧ ਮੈਂਬਰ ਹੈ ਉਹ 1/3 ਹੋ ਸਕਦੇ ਆ ਅਸੈਂਬਲੀ ਦੇ। ਯਾਦ ਕਰੋ, ਯਾਦ। ਹੁਣ ਬੇਟਰ ਝਾਕਦੇ ਹੋ, ਤੇ ਘੱਟੋ ਘੱਟ ਹੋ ਸਕਦੇ ਆ 40। ਇਹ ਸਾਰੀ ਚੀਜ਼ ਆਪਾਂ ਦੇਖੀ ਨਹੀਂ ਹੋਈ ਪਹਿਲਾਂ। ਇਸ ਅਮੈਂਡਮੈਂਟ 56 ਤੋਂ ਪਹਿਲਾਂ ਇਹ 1/4 ਆਫ ਦੀ ਅਸੈਂਬਲੀ ਹੁੰਦੇ ਸੀ। ਕਿੰਨਾ ਘੈਂਟ ਡਿਫਰੈਂਸ ਹੋਇਆ। ਦੇਖੋ the maximum strength, ਵੀ ਵੱਧੋ ਵੱਧ ਬੰਦੇ of ਵਿਧਾਨ ਪਰਿਸ਼ਦ of a state has been raised, ਵਧਾਤੇ from 1/4 to 1/3 of the strength of ਵਿਧਾਨ ਸਭਾ। ਹੁਣ ਆ ਵੀ ਨਾ ਮੰਨਿਓ ਵੀ ਸਰ ਯਾਰ ਗਲਤ ਲਿਖਾਈ ਜਾਂਦੇ ਆ, ਇਹ ਤਾਂ ਘਟ ਗਏ 1/4 ਤੇ ਇਹ ਵੱਧ ਗਏ। ਜੇ ਮੰਨ ਲਓ ਪਹਿਲਾਂ ਵਿਧਾਨ ਸਭਾ 'ਚ ਮੰਨ ਲਓ 100 ਮੈਂਬਰ ਸੀ, ਤਾਂ ਪਹਿਲਾਂ 1/4 ਹੋ ਸਕਦੇ ਸੀ ਵੱਧੋ ਵੱਧ, ਤਾਂ ਕਿੰਨੇ ਮੈਂਬਰ ਬਣ ਸਕਦੇ ਸੀ ਵਿਧਾਨ ਪਰਿਸ਼ਦ 'ਚ? ਕੌਂਸਲ ਦੇ ਵਿੱਚ 25। ਬਟ ਹੁਣ ਕਿੰਨੇ ਬਣ ਸਕਦੇ ਵੱਧੋ ਵੱਧ? 1/3, ਤਾਂ ਕਿੰਨੇ ਹੋ ਗਏ? 33। ਵੱਧ ਗਏ ਨਾ। ਪਹਿਲਾਂ 1/4 ਸੀ, ਹੁਣ 1/3 ਹੈ। ਇਹ ਕਿਹੜੀ ਅਮੈਂਡਮੈਂਟ ਨੇ ਕੀਤਾ ਬੱਚੋ? 7ਵੀਂ ਅਮੈਂਡਮੈਂਟ ਨੇ। ਪੂਰੀ ਨਹੀਂ ਹੋਈ ਹਜੇ, ਜਾਣੇ ਕਿੱਧਰੋਂ? ਆਹ ਤੁਹਾਨੂੰ ਲਿਖਾਇਆ ਹੋਇਆ ਮੈਂ ਆਰਟੀਕਲ 350A। ਸੁਣਾਓ, ਦੇਖ ਲਓ ਇੱਕ ਜਣੇ ਨੇ ਸੁਣਾਇਆ ਆਰਟੀਕਲ 350A, ਸਿਰਫ ਇੱਕ ਜਣੇ ਦੇ ਯਾਦ ਹੈ। ਆਰਟੀਕਲ 350A 'ਚ ਕੀ ਲਿਖਿਆ? ਇਟ ਸ਼ੁੱਡ ਬੀ ਐਂਡੇਵਰ ਆਫ ਐਵਰੀ ਸਟੇਟ to provide education facilities in mother tongue language
एट प्राइमरी स्टेज ऑफ एजुकेशन। याद करन लग जाओ, ये आर्टिकल 350 ये आपां कदों ऐड कीता है, आपां टिक लावांगे 7वीं अमेंडमेंट। फिर आर्टिकल नंबर 231 ਦੇ ਵਿੱਚ ਵੀ ਇੱਕ ਵਰਡ ਇੰਟਰੋਡਿਊਸ ਕੀਤਾ ਗਿਆ ਹੈ। ਪਹਿਲੀ ਗੱਲ ਤਾਂ ਆਰਟੀਕਲ ਨੰਬਰ 231 ਕੀ ਹੈ ਵੀ ਆਪਾਂ ਸਾਂਝੀ ਹਾਈ ਕੋਰਟ ਬਣਾ ਸਕਦੇ ਹਾਂ ਫॉर 2 और मोर स्टेट। याद है ना 114 ਚ ਕੀ ਹੈ ਹਾਈ ਕੋਰਟ ਫॉर स्टेट, 241 ਚ ਕੀ ਹੈ ਹਾਈ ਕੋਰਟ फॉर यूटीज, 231 ਚ ਕੀ ਹੈ ਕਾਮਨ ਹਾਈ ਕੋਰਟ। ਇਹ ਕਾਮਨ ਹਾਈ ਕੋਰਟ ਬਣਾਉਣ ਵਾਸਤੇ ਪਾਵਰ ਕਿਹਦੇ ਕੋਲੇ ਹੈ ਆ याद रखना ਤੁਹਾਨੂੰ पेपर ਚ ਆਏ ਆ ਜਾਣਗੇ पार्लियामेंट। ये पावर बच्चों किदे कोले है पार्लियामेंट। आ देखो आर्टिकल 231 was amended to enable parliament to establish common high court for 2 or more states। ठीक है, ये चीज आप याद रखनी है, समझ गए। चलो फिर हुण पूरा हुंदा बच्चों अपना 7वीं अमेंडमेंट दे ये 4 खास पॉइंट। गाहां अमेंडमेंटां बहुत छोटियां ਉਹੀ ਨਾ ਡਰ ਜੋਗ ਤੇ ਪਹਿਲੀਆਂ ਸੀ। 10ਵੀਂ ਅਮੈਂਡਮੈਂਟ 1961 ਇਹਦੇ ਵਿੱਚ ਕੀ ਬਣ ਗਿਆ ਬੱਚੋ ਦਾਦਰ ਨਗਰ ਹਵੇਲੀ। ਦਾਦਰ ਨਗਰ ਹਵੇਲੀ ਵਾਸ ਡਿਕਲੇਅਰਡ ਐਜ਼ ਯੂਨੀਅਨ ਟੈਰੀਟਰੀ ਆਫ ਇੰਡੀਆ। ਦੂਜੀ ਵਾਲੇ ਵੀ ਨਾਲ ਸਾਰੀਆਂ ਅਮੈਂਡਮੈਂਟਾਂ ਮੈਂ ਲੈਣੋਂ ਬਾਹਰ ਲਿਖੀਆਂ, ਉਹ ਐ ਨਹੀਂ ਵੀ ਗਾਹ ਨਹੀਂ ਪਾਤਾ ਜਿਹੜੀ ਯਾਦ ਆ ਗਈ ਬਸ ਮੈਂ ਖੜਾ ਲਿਖੀ ਗਿਆ, ਪੂਰਾ ਸਿਮੈਟਰੀ ਵਾਈਜ਼ ਲਿਖਿਆ ਵੀ ਤਾਂ ਜੋ ਪਿਆਰੇ ਬੱਚਿਆਂ ਨੂੰ ਦੁਖੀ ਨਾ ਹੋਣਾ ਪਵੇ। 12ਵੀਂ ਅਮੈਂਡਮੈਂਟ 1962 ਇੱਥੇ ਗੋਆ ਦਮਨ ਦਿਊ वर डिक्लेयर्ड एज यूटी। समझ गए, ये भी चीज बच्चों आप याद रखनी है। ये सारे कीमती पॉइंट अपने। 10वीं अमेंडमेंट 1961 है, 12वीं अमेंडमेंट 1962 है। लेनो वारा ना बाकी सुन याद है, सुन मैं चार्ट बनाया सीगा महाराष्ट्र गुजरात 60 च बनिया, दादर नगर हवेली 61 च बनिया, गोवा दमन दीव 62 बनिया, पुडुचेरी 62, नागालैंड 63, हरियाणा हिमाचल चंडीगढ़ 66। वो याद कर लो पॉइंट नहीं कीते तुसीं फिर फड़े गए। मणिपुर 73, मेघालय 72, सिक्किम 75, मिजोरम अरुणाचल प्रदेश गोवा 87, हिमाचल 1971 भी याद रखो स्टेट बन गया सी। याद कर लो 25वीं स्टेट किहड़ी है बच्चे सिक्किम दे, 25वीं गोवा है। याद नहीं कर रहे यार, कमाल दी गल है, पता नहीं कोई याद कर लगा। फिर अपनी आ गई 15वीं अमेंडमेंट 1963। ਅੱਜ देखो बच्चों याद कर लो सारे बच्चे, सुप्रीम कोर्ट के जज की रिटायरमेंट एज कितनी है आप टिक लावांगे 65 साल। हाई कोर्ट के जज की रिटायरमेंट एज कितनी है आप टिक लावांगे 62 साल। नहीं लिखा तो कापियां ते लिख के रख लो। बट ये 1963 15वीं अमेंडमेंट तो पहला ये रिटायरमेंट एज हाई कोर्ट के जज की 60 साल होंदी सी। ये फिर आप चकता बच्चों आप 60 तो 62 करता। आ देखो इट रेज रिटायरमेंट एज ऑफ हाई कोर्ट जज फ्रॉम 60 तो 62। समझ गए। चलो भी 26वीं अमेंडमेंट 1971 ਇਹਦੇ ਚ ਤਾਂ ਵਿਚਾਰੇ ਰਾਜੇ ਨੰਗ ਭੂਤ ਨਹੀਂ ਤੰਗ ਕਰਤੇ ਕਿਉਂਕਿ ਆਪਣੇ ਦੇਸ਼ ਚ ਆਜ਼ਾਦੀ ਵੇਲੇ ਸੀਗੇ ਰਾਜੇ, ਬਟ ਹੌਲੀ ਹੌਲੀ ਉਹਨਾਂ ਦਾ ਕੱਦ ਰਤਬਾ ਘਟਦਾ ਗਿਆ ਘਟਦਾ ਗਿਆ ਘਟਦਾ ਗਿਆ। ਜਿਵੇਂ ਜਿਵੇਂ ਆਪਾਂ ਘਰੇ ਵੱਡੇ ਹੁੰਨੇ ਆ ਆਪਣਾ ਵੀ ਘਟਦਾ ਜਾਂਦਾ, ਉਵੇਂ ਭਾਈ ਰਾਜਿਆਂ ਦਾ ਘਟਦਾ ਗਿਆ। ਜਿਵੇਂ ਜਿਵੇਂ ਆਪਣਾ ਮੁਲਕ ਤਰੱਕੀ ਕਰਦਾ ਗਿਆ ਆਪਣੀ ਡੈਮੋਕ੍ਰੇਸੀ ਸਟਰੋਂਗ ਹੁੰਦੀ ਗਈ ਕਿਉਂਕਿ ਰਾਜੇ ਤਾਂ ਆਪਾਂ ਐਂ ਤਾਂ ਬਿਰੇ ਨਹੀਂ, ਰਾਜਿਆਂ ਦੇ ਖਾਨਦਾਨਾਂ ਨੂੰ ਸਰਕਾਰ ਪ੍ਰੀਵੀ ਪਰਸ ਦਿੰਦੀ ਰਹੀ ਹੈ। ਕੀ ਦਿੰਦੀ ਰਹੀ ਹੈ ਪ੍ਰੀਵੀ ਪਰਸ, ਜਾਂ ਸਿੱਧਾ ਕਹਿ ਲਓ ਯਾਰ ਪੈਨਸ਼ਨ ਦਿੰਦੀ ਰਹੀ ਹੈ। ਟੌਪ ਦੇ 6 ਰਾਜਿਆਂ ਨੂੰ 10 ਲੱਖ ਰੁਪਇਆ, ਕਿਸੇ ਨੂੰ 10,000, ਕਿਸੇ ਨੂੰ 2 ਲੱਖ ਵੀ ਜਿਹੇ ਜਿਹਾ ਕੱਦ ਸੀ ਰਾਜੇ ਦਾ ਉਨੀ ਨੂੰ ਪੈਨਸ਼ਨ ਦੇ ਉਹਨਾਂ ਨੂੰ ਬੁਰਾਈ ਗਏ। ਬਟ 26ਵੀਂ ਅਮੈਂਡਮੈਂਟ 1971 ਦੇ ਵਿੱਚ ਇਹ ਜਿਹੜਾ ਰਾਜਿਆਂ ਨੂੰ ਪ੍ਰੀਵੀ ਪਰਸ ਮਿਲਦਾ ਸੀ ਇਹ ਕੀ ਕਰਤਾ ਬੱਚੋ ਖਤਮ ਕਰ ਦਿੱਤਾ ਗਿਆ। ਅਬੋਲਿਸ਼ਨ ਇਹ ਉਲਝੋ ਨਾ, ਅੱਜ ਤੁਹਾਨੂੰ ਪਹਿਲਾਂ ਮੈਂ 24ਵੀਂ ਅਮੈਂਡਮੈਂਟ ਵੀ ਲਿਖਾਈ ਹੈ ਨਾ 24ਵੀਂ ਅਮੈਂਡਮੈਂਟ। ਇਹ 24ਵੀਂ 26ਵੀਂ ਚ ਬੱਚਾ ਬੜਾ ਕਨਫਿਊਜ਼ ਹੁੰਦਾ ਹੈ ਬਹੁਤ ਜ਼ਿਆਦਾ। ਮੈਂ ਸ਼ਰਤ ਲੈ ਕੇ ਨਾ ਐਗਜ਼ਾਮੀਨਰ ਆਪਸ਼ਨ 24ਵੀਂ ਦਿੰਦਾ ਹੈ 26ਵੀਂ ਦਿੰਦਾ ਹੈ, ਬੰਦਾ ਉਲਝ ਜਾਂਦਾ ਹੈ। ਇੱਥੇ ਤਾਂ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣੀ ਜ਼ਰੂਰੀ ਹੈ, ਇਹ 24ਵੀਂ ਹੈ ਕਿਉਂਕਿ ਸਾਲ ਸੇਮ ਹੈ ਨਾ 1971, ਆ ਵੀ ਆਪਣਾ 1971 ਹੀ ਹੈ। ਇੱਥੇ ਪ੍ਰੀਵੀ ਪਰਸ ਜੋ ਰਾਜਿਆਂ ਨੂੰ ਮਿਲਦਾ ਸੀ ਫਾਰਮਰ ਰੂਲਰਸ ਉਹਨਾਂ ਰਾਜਿਆਂ ਨੂੰ ਆਫ ਪ੍ਰਿੰਸਲੀ ਰਿਆਸਤਾਂ ਉਹ ਖਤਮ ਕਰ ਦਿੱਤਾ ਗਿਆ। ਕੋਈ ਡਾਊਟ ਤਾਂ ਨਹੀਂ ਹੋਣਾ ਮੇਰੇ ਹਿਸਾਬ ਨਾਲ। ਚਲੋ ਫਿਰ ਅਗਲਾ ਅਮੈਂਡਮੈਂਟ ਦੇਖਦੇ ਹਾਂ, ਬੜੀ ਗੱਲ ਢੇਰ ਲੱਗਿਆ ਪਿਆ ਹੈ। 35ਵੀਂ ਅਮੈਂਡਮੈਂਟ 1975 ਕਹਿੰਦੇ ਇਹਦੇ ਵਿੱਚ ਜਿਹੜਾ ਸਿੱਕਿਮ ਹੈ ਸਿੱਕਿਮ ਨੂੰ ਆਪਣੇ ਇੰਡੀਆ ਦਾ ਪਾਰਟ ਬਣਾ ਲਿਆ ਗਿਆ। ਆਹ ਦੋਨੇ ਬੜਾ ਘੈਂਟ ਅਮੈਂਡਮੈਂਟ ਹੈ 35ਵੀਂ ਤੇ 7ਵੀਂ। ਬੜਾ ਜ਼ਿਆਦਾ ਉਲਝਣ ਹੁੰਦੀ ਹੈ, ਅੱਜ ਤੋਂ ਬਾਅਦ ਇਹ ਉਲਝਣ ਪੈਣੀ ਚਾਹੀਦੀ ਨਹੀਂ ਜੇ ਕਿਉਂਕਿ ਦੋਨੇ ਕਿਹਦੇ ਨਾਲ ਸੰਬੰਧਿਤ ਹੈ ਤਾਂ ਉਲਝਣ ਹੈ। ਦੋਨੇ ਬੱਚੋ ਆਪਣੇ ਸਿੱਕਿਮ ਦੇ ਨਾਲ ਸੰਬੰਧਿਤ ਹੈ। 35ਵੀਂ ਅਮੈਂਡਮੈਂਟ 1975 ਯੂਨੀਅਨ ਦਾ
ਇਹਦਾ ਮਤਲਬ ਸਿੱਕਿਮ ਪਹਿਲਾਂ ਆਪਣੇ ਇੰਡੀਆ ਦਾ ਪਾਰਟ ਨਹੀਂ ਸੀ। ਇਹਦਾ ਮਤਲਬ ਸਿੱਕਿਮ ਆਪਣੇ ਇਦੋਂ ਪਹਿਲਾਂ ਇੰਡੀਆ ਦਾ ਪਾਰਟ ਨਹੀਂ ਸੀ, ਉਹ ਇੱਕ ਆਜ਼ਾਦ ਟੈਰੀਟਰੀ, ਇੱਕ ਇੰਡੀਪੈਂਡੈਂਟ ਟੈਰੀਟਰੀ ਸੀ ਬੱਚੋ। ਉਹਦੇ ਇੱਕ ਪਾਸੇ ਨੇਪਾਲ ਹੈ, ਸਿੱਕਿਮ ਆਪਣਾ ਐ ਹੈ, ਉਹਦੇ ਇਧਰਲੇ ਪਾਸੇ ਨੇਪਾਲ ਹੈ, ਇਧਰਲੇ ਪਾਸੇ ਭੂਟਾਨ ਹੈ, ਇੱਥੇ ਚਾਈਨਾ, ਬਸ ਇਕੱਲਾ ਆਪਣੇ ਕਿਹਦੇ ਨਾਲ ਲੱਗਦਾ ਸਿੱਕਿਮ, ਵੈਸਟ ਬੰਗਾਲ ਨਾਲ ਲੱਗਦਾ। ਕਿਆ ਬਾਤ ਹੀ ਹੈ। ਇੱਥੇ ਰਾਜੇ ਦੀਆਂ ਰਿਆਸਤਾਂ ਚੱਲਦੀਆਂ, ਇੱਥੇ ਰਾਜੇ ਦਾ ਰਾਜ ਚੱਲੀ ਜਾਂਦਾ ਸੀ। ਇੱਥੇ ਫਿਰ ਆਪਾਂ ਉਹ ਤੋੜ ਕੇ 75 ਦੇ ਵਿੱਚ ਇਹਨੂੰ ਮਤਲਬ ਆਪਾਂ ਕਿਹੜਾ ਅਸਾਮ ਵਾਲੇ ਟੈਰੀਟਰੀ 'ਚ ਜੋੜਤਾ ਸੀ ਆਪਾਂ ਇਹਨੂੰ। ਫਿਰ 36ਵੀਂ ਅਮੈਂਡਮੈਂਟ ਪਾਸ ਕਰੀ 1975, ਜਿਹਦੇ ਤਹਿਤ ਆਪਾਂ ਸਿੱਕਿਮ ਨੂੰ ਅਲੱਗ ਸਟੇਟ ਦਾ ਦਰਜਾ ਦੇਤਾ। ਬਸ ਆਹ ਡਿਫਰੈਂਸ ਹੈ। ਸਿੱਕਿਮ ਆਪਣੇ ਕਿੰਨਵੀਂ ਸਟੇਟ ਬਣੀ ਸੀ? 22ਵੀਂ। ਗੋਆ ਬਣੀ ਸੀ 25ਵੀਂ। ਸਮਝੀਏ ਸਿੱਕਿਮ ਕਿਉਂ ਪੁੱਛਿਆ ਜਾਂਦਾ? 7ਵੀਂ ਅਮੈਂਡਮੈਂਟ ਦੇ ਵਿੱਚ ਸਿੱਕਿਮ ਨੂੰ ਆਪਣੀ ਯੂਨੀਅਨ 'ਚ ਐਡ ਕਰ ਲਿਆ, ਮਤਲਬ ਮੁਲਕ ਦਾ ਹਿੱਸਾ ਬਣਾ ਲਿਆ। 36ਵੀਂ ਦੇ ਵਿੱਚ ਇਹਨੂੰ ਫਿਰ ਅਲੱਗ ਸਟੇਟ ਦਾ ਦਰਜਾ ਦੇ ਦਿੱਤਾ ਗਿਆ। ਜਿਵੇਂ ਗੋਆ ਨੂੰ ਸਟੇਟ ਦਾ ਦਰਜਾ ਕਦੋਂ ਮਿਲਿਆ? 1987 ਦੇ ਵਿੱਚ। ਉਦੋਂ ਪਹਿਲਾਂ ਉਹ ਵੀ ਯੂਨੀਅਨ ਟੈਰੀਟਰੀ ਹੁੰਦੀ ਸੀ, ਤਾਂ ਗੋਆ 25ਵੀਂ ਸਟੇਟ ਬਣੀ ਹੈ। ਸਮਝ ਗਏ? ਅਦਰਵਾਈਜ਼ ਤਾਂ ਗੋਆ ਪਿੱਛੇ ਪੜ੍ਹ ਕੇ ਗਏ ਆਪਾਂ, ਕਿੱਥੇ ਲਿਖਿਆ ਸੀ ਗੋਆ ਬਈ? ਹੋਏ ਆਹ ਪਿਆ ਹੁਣ ਤਾਂ ਬਰਬਾਦ ਦੀ ਗੱਲ ਹੈ, ਪਰ ਇੱਥੇ ਗੋਆ ਯੂਟੀ ਬਣਾਈ ਸੀ, ਯੂਟੀ। ਬਸ ਆਹੀ ਗੱਲਾਂ ਦਾ ਖਿਆਲ ਰੱਖਣਾ ਬੱਚੋ। 36ਵੀਂ। ਹੁਣ 36ਵੀਂ ਤੋਂ ਬਾਅਦ 42ਵੀਂ, 44ਵੀਂ, ਇਹ ਸਾਰੀਆਂ ਤੁਸੀਂ ਨੋਟ ਕਰਕੇ ਰੱਖਣੀਆਂ। 44ਵੀਂ ਸੋਰੀ ਮੈਂ ਯਾਦ ਕਰਾਵਾਂ, ਲਾਸਟ ਕਲਾਸ ਹੀ ਹੈ ਸੁੱਖ ਨਾਲ, ਲਾਸਟ ਕਲਾਸ ਹੈ ਪਿਛਲੇ ਪੇਜ ਫਰੋਲੋ ਐਮਰਜੈਂਸੀ, ਜੋ ਸਾਨੂੰ ਮੈਂ 3 ਐਮਰਜੈਂਸੀਆਂ ਪੜ੍ਹਾਈਆਂ ਸੀ, 352, 356, 360, ਫਿਰ 358, 359, ਪਾਰਟ ਨੰਬਰ 18ਵਾਂ ਪੜਾਇਆ ਸੀ। ਹੁਣ ਮੁੱਕਰਨ ਲੱਗ ਜਾਓਗੇ ਨਹੀਂ ਪੜਾਇਆ, ਉੱਥੇ ਤੁਹਾਨੂੰ ਮੈਂ ਇਹ ਵੀ ਦੱਸਿਆ ਹੋਊਗਾ। ਫਿਰ ਕੀ ਦੱਸਿਆ ਹੋਊਗਾ? ਵੀ ਨੈਸ਼ਨਲ ਐਮਰਜੈਂਸੀ, ਵਾਰ, ਐਕਸਟਰਨਲ ਅਗਰੈਸ਼ਨ ਤੇ ਆਰਮਡ ਰਿਬੇਲੀਅਨ। ਉਹ ਆਰਮਡ ਰਿਬੇਲੀਅਨ ਵਰਡ ਪਹਿਲਾਂ ਹੈ ਨਹੀਂ ਸੀ, ਉਹ 44ਵੀਂ ਅਮੈਂਡਮੈਂਟ 1978 ਦੇ ਵਿੱਚ ਐਡ ਕੀਤਾ ਗਿਆ। ਉਸ ਤੋਂ ਪਹਿਲਾਂ ਇੰਟਰਨਲ ਡਿਸਟਰਬੈਂਸ ਲਿਖਿਆ ਹੋਇਆ ਸੀ। ਹੋਈ ਥੋੜੀ ਬਹੁਤ ਡਿਸਟਰਬੈਂਸ ਦਿਮਾਗ ਦੇ ਵਿੱਚ, ਤਾਂ ਕਹਿਣਾ ਮੈਂ ਵੀ ਜਿਹੜੀਆਂ ਪਹਿਲਾਂ ਪੜ੍ਹੀ ਬੈਠੇ ਆ ਉਧਰ ਟਾਈਮ ਵੇਸਟ ਕਰਨ ਦਾ ਕੋਈ ਆਈਡੀਆ ਨਹੀਂ। ਟਾਈਮ ਇਜ਼ ਵੈਰੀ ਕਰੂਸੀਅਲ। 91 ਅਮੈਂਡਮੈਂਟ 2003। ਇਹ ਦੇਖੋ ਕੀ ਹੈ। ਪਹਿਲੀ ਗੱਲ ਤਾਂ ਆਪਣੇ ਦੇਸ਼ ਦੇ ਵਿੱਚ ਮੰਤਰੀ ਬਣਾਉਣ ਦਾ ਪਹਿਲਾਂ ਕੋਈ ਸਿਸਟਮ ਹੀ ਨਹੀਂ ਸੀ ਹੁੰਦਾ। ਸਰਕਾਰ ਕੀ ਕਰਦੀ ਹੈ? ਲੀਡਰਾਂ ਨੂੰ ਬਣਾਉਣ ਦੀ ਮਾਰੀ ਸਾਰਿਆਂ ਨੂੰ ਅਹੁਦੇ ਵੰਡ ਦਿੰਦੀ, ਵੀ ਆ ਫਲਾਨਾ ਮੰਤਰੀ, ਕਹਾਂ ਉਹਦਾ ਸਬ ਮੰਤਰੀ, ਇਹ ਮੰਤਰੀ, ਉਹ ਮੰਤਰੀ, ਉਹ ਮੰਤਰੀ, ਵੀ ਕਿਸੇ ਨੇ ਦੂਜੀ ਪਾਰਟੀ 'ਚ ਆਉਣਾ, ਅਜੇ ਤੈਨੂੰ ਵੀ ਮੰਤਰੀ ਲਾ ਦਿੰਦੇ ਆ। ਲੋਹੜੀ ਆਇਆ ਪਿਆ ਵੀ ਉੱਥੇ ਮੰਤਰੀਆਂ ਢੇਰ ਲਾਈ ਜਾਂਦੇ ਹੋ, ਐਂ ਥੋੜੀ ਹੁੰਦਾ। ਕੁੱਲ ਮਿਲਾ ਕੇ ਇਸ ਅਮੈਂਡਮੈਂਟ ਨੇ 90 ਮਿਨਿਸਟਰ ਬਣਾ ਸਕਦੇ ਆ। ਉਹਦੇ ਸਾਈਜ਼ ਨੂੰ ਫਿਕਸ ਕਰਤਾ ਬੱਚੋ, ਰੈਸਟ੍ਰਿਕਟ ਕਰਤਾ। ਕਿੰਨੇ? 15% ਆਫ ਦਾ ਟੋਟਲ ਮੈਂਬਰਸ। ਵੀ ਜਿੰਨੇ ਹਾਊਸ ਦੇ ਵਿੱਚ ਮੈਂਬਰ ਹੈ, ਜਿੰਨੇ ਹਾਊਸ ਦੇ ਵਿੱਚ ਮੈਂਬਰ ਹਨ, ਉਹਦੇ 15%, ਉਹਦੇ ਬੱਚੋ 15% ਮਿਨਿਸਟਰ ਬਣ ਸਕਦੇ। ਹੁਣ ਮੈਥ ਤੁਹਾਡਾ ਸਟਰੋਂਗ ਹੈ, ਆਪੇ ਕੱਢ ਲਿਆ ਕਰੋ ਘਰੇ ਬੈਠੇ। ਹੁਣ ਜਿਵੇਂ 545 ਹੈ, ਹੁਣ 545 ਵੈਸੇ 543 ਹੈ, ਜੇ ਆਪਾਂ ਚੁਣ ਕੇ ਭੇਜਦੇ ਹੁੰਦੇ ਆ, 19 ਲਿਖ ਲਓ, ਫਿਰ ਤੁਸੀਂ ਮੈਸੇਜ ਕਰਨੋਂ ਨਹੀਂ ਹਟਦੇ। 543 ਹੈ। ਹੁਣ ਤੁਸੀਂ ਐਂ ਹਿਸਾਬ ਲਾ ਲਓ ਵੀ ਭਾਈ ਇਹਦਾ ਹੁਣ ਤੁਸੀਂ 15% ਕਰਨਾ ਹੈ, 10 ਕਰੋਗੇ 54 ਸਿੱਧਾ ਹੋ ਗਿਆ, ਫਿਰ 27 ਹੋਰ ਜੋੜ ਲਓ, 82 ਮੰਤਰੀ ਬਣ ਸਕਦੇ ਹੈ। ਆਪਣੇ ਪੰਜਾਬ 'ਚ ਕਿੰਨੇ ਐਮਐਲਏ ਹੈ? 117। ਹੁਣ ਇਹਦਾ 15% ਕਰ ਲਓ, ਵੀ ਜਿੰਨੇ ਹਾਊਸ, ਇੱਥੇ ਹਾਊਸ ਮਤਲਬ ਇਕੱਲਾ ਇਹ ਨਹੀਂ ਵੀ ਆਪਾਂ ਲੋਕ ਸਭਾ ਦੀ ਰਾਜ ਸਭਾ ਏਰੀਆ ਨੇ, ਸਟੇਟਾਂ ਦੇ ਵਿੱਚ ਵੀ, ਵਿਧਾਨ ਸਭਾ 'ਚ ਵੀ ਕਰ ਰਹੇ ਹਾਂ। ਆਪਣੇ ਪੰਜਾਬ 'ਚ 17-18 ਮੰਤਰੀ ਬਣ ਸਕਦੇ ਆ, ਬਸ 17-18, ਕਿਉਂਕਿ ਇਹ ਸਾਈਜ਼ ਬੱਚੋਂ ਫਿਕਸ ਕਰ ਦਿੱਤਾ ਗਿਆ ਹੈ। ਇਹ ਫਿਕਸ ਕੀਤਾ 15% ਤੇ ਕਿਹੜੀ ਅਮੈਂਡਮੈਂਟ ਨੇ ਕੀਤਾ? 91st। 91st ਤੋਂ ਬਾਅਦ 92nd ਅਮੈਂਡਮੈਂਟ ਦੇਖੋ ਕੀ ਹੋਇਆ ਸੀ। ਦੇਖੋ ਮਾੜਾ ਯਾਦ ਕਰੋ। ਲੈਂਗੁਏਜਸ, ਵੈਰੀ ਗੁੱਡ। ਲੈਂਗੁਏਜਸ ਨੂੰ ਐਡ ਕੀਤਾ ਸੀ, ਮੈਥਲੀ, ਬੋਡੋ, ਡੋਗਰੀ ਤੇ ਸੰਥਲੀ, ਯਾਦ ਆ ਨਾ? ਉਹ ਲੈਂਗੁਏਜਸ ਨੂੰ ਐਡ ਕੀਤਾ ਸੀ ਬੱਚੋ। ਫਿਰ ਆਪਣੇ ਆ ਗਈ 100ਵੀਂ ਅਮੈਂਡਮੈਂਟ 2015। ਇਹ ਕੁਛ ਨਹੀਂ, ਬਸ ਸਿੰਪਲ ਯਾਦ ਰੱਖ ਲਓ। ਇਸ ਪੋਲਿਟੀ ਦਾ ਜ਼ਿਕਰ ਕਰਨ ਦਾ ਕੋਈ ਲੋੜ ਨਹੀਂ ਹੈਗਾ, ਕਿਉਂਕਿ ਜਿਹੜਾ ਇੰਡੀਆ ਤੇ ਬੰਗਲਾਦੇਸ਼ ਦਾ ਬਾਰਡਰ ਆ ਨਾ, ਬੜਾ ਵੱਡਾ ਯਾਰ, 4096 ਕਿਲੋਮੀਟਰ ਦਾ, ਤੇ ਇਹ ਚੋਂ ਅੱਧਾ ਬਾਰਡਰ ਤਾਂ ਹਿਸਾਬ ਸਿਰ ਦਾ ਹੀ ਨਹੀਂ। ਅਖਬਾਰ ਤੇ ਕਿਹਾ ਮੈਂ ਪੜ੍ਹਿਆ ਸੀ, ਇੱਕ ਡਾਕੂਮੈਂਟਰੀ ਵੀ ਕਿਹੜਾ YouTube ਤੇ ਦੇਖੀ ਸੀ ਮੈਂ, ਬੜੀ ਹਾਸੀ ਆਈ ਦੇਖ ਕੇ। ਪਤਾ ਕਿਵੇਂ? ਕਹਿੰਦੇ ਅੱਧੇ ਪਿੰਡ ਇਹੋ ਜਿਹੇ ਹੈ, ਅੱਧੇ ਬੰਗਲਾਦੇਸ਼ 'ਚ ਹੈ ਤੇ ਅੱਧੇ ਕਿੱਥੇ ਹੈ? ਇੰਡੀਆ 'ਚ ਹੈ।
ਇੱਕ ਥਾਂ ਤਾਂ ਕਹਿੰਦੇ ਛੱਪੜ ਹੈ, ਇੱਕ ਪਿੰਡ 'ਚ ਉੱਥੇ ਛੱਪੜ ਹੈ ਵੀ ਜਿੱਥੇ ਆਪਾਂ ਪਸ਼ੂ ਵਗੈਰਾ ਨਵਾਉਣ ਲੈ ਕੇ ਜਾਂਦੇ ਹੁੰਦੇ ਆ, ਉਹਦੇ ਵਿਚਾਲੇ ਝੰਡਾ ਲੱਗਿਆ ਪਿਆ ਵੀ ਅੱਧਾ ਛੱਪੜ ਇਹ ਬੰਗਲਾਦੇਸ਼ 'ਚ ਹੈ ਤੇ ਅੱਧਾ ਛੱਪੜ ਇਹ ਕਿੱਥੇ ਹੈ, ਇੰਡੀਆ 'ਚ। ਇਹੋ ਜਿਹਾ ਬਾਰਡਰ ਹੈ। ਇਹ ਕਹਿੰਦੇ ਤੁਸੀਂ ਨਿਬੇੜੋ ਯਾਰ, ਵੀ ਲੈ ਦੇ ਕੇ ਨਿਬੇੜੋ, ਜਿੰਨਾ ਸਾਨੂੰ ਦੇਣਾ ਸਾਨੂੰ ਏਰੀਆ ਦਿਓ, ਜਿੰਨਾ ਤੁਸੀਂ ਲੈਣਾ ਤੁਸੀਂ ਲਓ। ਤੇ ਆਪਾਂ ਇਹਨਾਂ ਨਾਲ ਸਾਈਨ ਕੀਤਾ ਲੈਂਡ ਬਾਰਡਰ ਐਗਰੀਮੈਂਟ। ਇਹ ਲੈਂਡ ਬਾਰਡਰ ਐਗਰੀਮੈਂਟ ਤੁਸੀਂ ਯਾਦ ਰੱਖਣਾ ਵੀ ਇਸ ਅਮੈਂਡਮੈਂਟ ਨੇ ਇਹਨੂੰ ਪੱਕੀ ਮਨਜ਼ੂਰੀ ਦੇਤੀ ਤੇ ਆਪਾਂ ਉਹਨਾਂ ਨੂੰ ਏਰੀਆ ਜ਼ਿਆਦਾ ਹੀ ਦੇਤਾ ਸੀ। ਜਿਹੜਾ ਰੌਲੇ ਲੱਪੇ ਵਾਲਾ ਜਿਹੜਾ ਲੱਗਦਾ ਵੀ ਇਹ ਬੰਗਲਾਦੇਸ਼ੀ ਹੈ, ਐਨਕਲੇਵ ਬਣੇ ਹੁੰਦੇ ਆ, ਐਨਕਲੇਵ ਇਹ 'ਚ ਨਾ ਐਨਕਲੇਵ ਬਣੇ ਹੁੰਦੇ। ਐਨਕਲੇਵ ਦਾ ਮਤਲਬ ਹੁੰਦਾ ਹੈ ਵੀ ਆਪਾਂ ਕਹਿ ਦਈਏ ਮੰਨ ਲਓ ਆ ਇੱਧਰ ਬੰਗਲਾਦੇਸ਼ ਹੈ, ਆਹ ਮੰਨ ਲਓ ਇੰਡੀਆ ਹੈ, ਬਟ ਬੰਗਲਾਦੇਸ਼ ਦੀ ਟੈਰੀਟਰੀ 'ਚ ਮੰਨ ਲਓ ਆ ਐਨਕਲੇਵ ਹੈ, ਇਹਦਾ ਮਤਲਬ ਵੀ ਇਹਦੇ ਹੱਕ ਇੰਡੀਆ ਦਾ, ਉਹਨੂੰ ਐਨਕਲੇਵ ਕਹਿ ਦਿੰਦੇ ਆ। ਆਈ ਇੰਡੀਆ ਦੇ ਵਿੱਚ ਹੈ ਵੀ ਆ ਐਨਕਲੇਵ ਹੈ, ਬਟ ਇਹਦੇ ਹੱਕ ਐਨਕਲੇਵ ਤੇ ਬੰਗਲਾਦੇਸ਼ ਦਾ ਵੀ ਇਹੋ ਜਿਹੇ ਰੌਲੇ ਲੱਪੇ ਇਹਨਾਂ ਨੇ ਨਿਬੇੜ ਲਏ। ਤੁਸੀਂ ਐਜ਼ ਅ ਸਟੂਡੈਂਟ ਕੀ ਯਾਦ ਰੱਖਣਾ ਹੈ, ਇਹ ਅਮੈਂਡਮੈਂਟ ਕਿਹਨੇ ਜਿਹਨੇ ਰੈਕਟੀਫਾਈ ਕੀਤਾ ਵੀ ਕਰੋ ਫਾਈਨਲ ਕਰੋ, ਬਸ ਤੁਸੀਂ ਲੈ ਦੇ ਕੇ ਨਿਬੇੜੋ ਯਾਰ। ਆ ਦੇਖੋ ਲੈਂਡ ਬਾਰਡਰ ਐਗਰੀਮੈਂਟ ਬਿਟਵੀਨ ਇੰਡੀਆ ਐਂਡ ਬਾंग्लादेश, ਸਮਝ ਗਏ। ਇਹ ਚੀਜ਼ ਬੱਚਾ ਆਪਾਂ ਰੱਖਣੀ ਹੈ ਯਾਦ। ਅਗਲਾ ਪੁਆਇੰਟ ਦੇਖ ਲੈਂਦੇ ਹਾਂ। ਸੱਚ ਇੱਕ ਚੀਜ਼ ਹੋਰ ਹੈ, ਲਾਸਟ ਕਲਾਸ ਤੁਹਾਨੂੰ ਮੈਂ ਇੱਥੇ ਅਮੈਂਡਮੈਂਟ ਲਿਖਾਈਆਂ ਸੀ ਨਾ, ਨੋਟ ਕਰਿਓ 99 ਅਮੈਂਡਮੈਂਟ, ਯਾਦ ਹੈ 99? ਯਾਦ ਕਰੋ ਬੱਚੋ, ਯਾਦ ਨਹੀਂ ਹੈਗਾ। ਜਿਸ ਨੂੰ ਮੈਂ ਆਰਟੀਕਲ 338 ਪੜਾਇਆ ਸੀ, ਐ ਨਾ ਕਰੋ ਯਾਰ, ਤੁਹਾਨੂੰ ਮੈਂ 338 ਏ ਵੀ ਪੜਾਇਆ ਸੀ, ਤੁਹਾਨੂੰ ਮੈਂ 338 ਬੀ ਵੀ ਪੜਾਇਆ ਸੀ। ਇਹ ਤਾਂ ਕੰਧਾਂ ਨੂੰ ਪੜਾਉਣ ਵਾਲਾ ਕੰਮ ਹੋਇਆ ਪਿਆ। ਸਮਝੇ ਮੇਰੀ ਗੱਲ? ਇਹ ਯਾਦ ਰੱਖ ਲਿਓ। ਮੈਂ ਤਾਂ ਕਹਿੰਦਾ ਅਮੈਂਡਮੈਂਟਾਂ ਅੱਜ ਉਹੀ ਲਿਖਾਂਗੇ ਜੋ ਨਵੀਆਂ ਨੇ, ਪੁਰਾਣੀਆਂ ਲਿਖਾਂਗੇ। ਆ ਦੇਖੋ 130 ਅਮੈਂਡਮੈਂਟ 2019, ਇਸ ਅਮੈਂਡਮੈਂਟ ਨੇ ਅੱਜ ਆਪਣੇ ਸਾਰੀ ਬੱਚਾ ਯੂਨੀਅਨ ਦੁਖੀ ਕਰੀ ਪਈ ਹੈ। ਜਦੋਂ ਪੇਪਰ ਭਰਦੇ ਹੁੰਦੇ ਆ ਔਰ ਆਈ ਫੋਨ ਕਰੀ ਜਾਣਗੇ, ਸਰ ਜੀ ਮੈਂ EWS 'ਚ ਭਰਾਂ ਕਿ ਜਰਨਲ 'ਚ ਭਰਾਂ, ਮੈਂ EWS 'ਚ ਭਰਾਂ ਕਿ ਜਰਨਲ 'ਚ ਪੜਾਂ, ਕਿਉਂਕਿ ਝਟਕੇ ਤੇ ਝਟਕਾ ਲੱਗੀ ਜਾਂਦਾ ਹੈ। ਕਿਉਂਕਿ ਪਿੱਛੇ ਇੱਕ ਪੇਪਰ ਦੇ ਵਿੱਚ 1.5 ਨੰਬਰ EWS ਦੀ ਮੈਰਿਟ ਜ਼ਿਆਦਾ ਵਗ ਗਈ, ਉਹਨਾਂ ਦਿਮਾਗ 'ਚ ਡਰ ਪੈਦਾ ਕਰਤਾ ਭਰ ਲਓ EWS 'ਚ। ਕਿਉਂਕਿ ਜਰਨਲ ਕੈਟੇਗਰੀ ਦੇ ਵਿੱਚ ਮੰਗ ਉੱਠੀ ਜਾਂਦੀ ਹੈ ਵੀ ਭਾਈ ਜਿਵੇਂ ਕੋਟੇ ਮਿਲਦੇ ਆ SC ST OBC, ਵੀ ਉਵੇਂ ਭਾਈ ਕੋਟਾ ਜਰਨਲ ਵਿੱਚ ਵੀ ਰੱਖੋ, ਕਿਉਂਕਿ ਜਰਨਲ ਵਿੱਚ ਵੀ ਬਾਹਲੀ ਹੁਣ ਤਾਂ ਅਪਲਿਫਟਮੈਂਟ ਕਰਨ ਦੀ ਲੋੜ ਹੈ ਭਾਈ। ਨਜਾਇਜ਼ ਗਰੀਬੀ ਹੈ, ਪਿੰਡਾਂ ਦਾ ਆਤਮ ਹੱਤਿਆ ਕਰੀ ਜਾਂਦੇ, ਡਾਟ ਨਿਕਲਿਆ ਪਿਆ ਲੋਕਾਂ ਦਾ ਵੀ ਸਾਨੂੰ ਪੁੱਛ ਕੇ ਦੇਖੋ, ਸਾਡੇ ਪੱਲੇ ਤਾਂ ਕੱਖ ਵੀ ਨਹੀਂ ਰਿਹਾ। ਫਿਰ ਸਰਕਾਰ ਨੇ ਭਾਈ 130 ਅਮੈਂਡਮੈਂਟ 2019 ਲਿਆਂਦੀ ਵੀ ਭਾਈ ਆਪਾਂ 10% ਰੈਜ਼ਰਵੇਸ਼ਨ ਦੇਵਾਂਗੇ, ਇਹਨੂੰ ਕਹਿੰਦੇ ਆ EWS, ਇਕਨੋਮਿਕਲੀ ਵੀਕਰ ਸੈਕਸ਼ਨਸ ਇਨ ਐਜੂਕੇਸ਼ਨਲ। ਹਰ ਥਾਂ ਤੇ ਚਾਹੇ ਪੋਸਟਾਂ ਦੇ ਵਿੱਚ, ਸਿੱਖਿਆ ਦੇ ਵਿੱਚ ਖਾਸ ਕਰਕੇ ਰੌਲਾ ਪਿਆ ਸੀ। ਖਾਸ ਕਰਕੇ ਜਦੋਂ ਆਪਣੀਆਂ ਪੋਸਟਾਂ ਨਿਕਲਦੀਆਂ ਉਦੋਂ ਜ਼ਿਆਦਾ ਰੌਲਾ ਪੈਂਦਾ ਵੀ ਸਾਡੇ ਤਾਂ ਭਾਈ ਆਪ ਸਾਹ ਮੁੱਕੇ ਪਏ, ਸਾਡਾ ਪਾਪਾ ਤਾਂ ਭਾਈ ਆਪ ਦਿਹਾੜੀ ਤੇ ਜਾਂਦਾ ਵੀ ਜੇ ਜਰਨਲ ਹੋਣ ਦਾ ਵੀ ਸਾਨੂੰ ਤਾਂ ਮਤਲਬ ਗੁਨਾਹ ਹੋ ਗਿਆ। ਇਹਦੇ ਕਰਕੇ ਬਹੁਤ ਰੌਲਾ ਲੱਪਾ ਪਈ ਗਿਆ। ਫਿਰ ਸਰਕਾਰ ਇਹਦੇ ਪਿੱਛੇ ਗੱਲ ਉੱਥੇ ਫੇਰ ਆ ਗਈ ਨਾ, ਲੋਕ ਜਾਲੀ ਸਰਟੀਫਿਕੇਟ ਬਣਾਉਣ ਲੱਗ ਗਏ। ਇਹ ਸੀ ਤਾਂ ਹੁਣ ਜਿਹੜੇ ਵੀਕਰ ਸੈਕਸ਼ਨਸ ਹੈ ਵੀ ਆਪਣੇ ਜਰਨਲ ਦੇ ਵਿੱਚ ਜਿਨ੍ਹਾਂ ਕੋਲੇ ਮਤਲਬ ਘਰ ਵੀ ਹੈ ਨਹੀਂ, ਬਹੁਤ ਛੋਟਾ ਘਰ ਹੈ ਵੀ ਬਹੁਤ ਆਮਦਨ ਥੋੜੀ ਆ ਸਾਲ ਦੀ, ਵੀ ਐ ਕੰਡੀਸ਼ਨ ਰੱਖੀਆਂ ਸੀ ਇਹਨਾਂ ਨੇ। ਉਹ ਪਰ ਜਨਤਾ ਫੇਰ ਬਣਾਈ ਜਾਂਦੀ ਹੈ। ਪਰ ਚੱਕਰ ਕੀ ਪੈਂਦਾ ਵੀ ਆਪਣੀ ਕੋਈ ਜਿਹੜੀ ਸਕੀਮ ਜਿਹੜੀ ਚੀਜ਼ ਵਾਸਤੇ ਹੁੰਦੀ ਹੈ ਉੱਥੋਂ ਤੱਕ ਬੱਚੇ ਪਹੁੰਚ। ਹੁਣ ਆਪਾਂ ਕਹਿੰਦੇ SC ਦਾ ਕੋਟਾ ਹੈ, SC ਦਾ ਕੋਟਾ ਜਿਨ੍ਹਾਂ ਵਾਸਤੇ ਅਸਲ 'ਚ ਬਣਾਇਆ ਹੈ, ਅਖਬਾਰ ਤੇ ਆਇਆ ਨਹੀਂ ਸੀ, ਉਹਨਾਂ ਤੱਕ ਤਾਂ ਪਹੁੰਚਦਾ ਹੀ ਨਹੀਂ। ਉਹ ਰਾਹਾਂ ਜਿਹੜੇ ਆਪਣੇ ਤਕੜੇ ਪਰਿਵਾਰ ਆ, ਤਕੜੇ ਕੋਟੇ ਵਾਲੇ SC ਬੰਦੇ ਆ, ਉਹਨਾਂ ਤੱਕ ਹੀ ਸੀਮਿਤ ਰਹਿ ਜਾਂਦਾ। ਉਹ ਜਿਨ੍ਹਾਂ ਵਾਸਤੇ ਵਾਕਈ ਬਣਾਇਆ ਸੀ ਵੀ ਦਬੇ ਕੁਚਲੇ ਗਰੀਬ ਲੋਕ, ਵੀ ਉਹਨਾਂ ਟੱਬਰ 'ਚ ਨੌਕਰੀ ਦਿਓ, ਉਹਨਾਂ ਦੇ ਅਪਲਿਫਟਮੈਂਟ ਹੋਵੇ ਮਾੜੀ ਮੋਟੀ, ਉਹਨਾਂ ਦੇ ਟੱਬਰ ਦਾ ਵਿਕਾਸ ਹੋਵੇ, ਉੱਥੋਂ ਤੱਕ ਬੱਚੇ ਪੜ੍ਹਾਈ ਪਹੁੰਚ ਹੀ ਨਹੀਂ ਰਿਹਾ। ਵੱਡੇ ਵੱਡੇ ਕੋਠੀਆਂ ਕਾਰਾਂ, ਜਾਂ ਜਿਨ੍ਹਾਂ ਦੇ ਆਲਰੇਡੀ ਘਰੇ 2-2 ਬੰਦੇ ਪਹਿਲਾਂ ਅਫਸਰ ਲੱਗੇ ਹੋਏ ਆ, ਪੋਸਟਾਂ ਤੇ ਬੈਠੇ ਆ, ਉਹਨਾਂ ਨੂੰ ਮਿਲ ਜਾਂਦਾ ਹੁੰਦਾ ਕਈ ਵਾਰੀ। ਉਹੀ ਹਾਲ ਬਸ ਇੱਧਰ ਹੋਈ ਜਾਂਦਾ ਅਸਲ ਦੇ ਵਿੱਚ। ਬਟ ਆਪਾਂ ਕੀ ਯਾਦ ਕਰਨਾ ਐਸ ਸਟੂਡੈਂਟ, ਕਿਹੜੀ ਅਮੈਂਡਮੈਂਟ ਹੈ? 130 ਅਮੈਂਡਮੈਂਟ 2019। ਲਓ ਵੀ ਇਹਦਾ ਜ਼ਿਕਰ ਵੈਸੇ ਮੈਂ ਕੀਤਾ ਤਾਂ ਹੈਗਾ ਕਿਤੇ ਨਾ ਕਿਤੇ, ਪਰ ਮੈਂ ਦੁਬਾਰੇ ਕਰਨ ਨੂੰ ਜੀ ਕਰਿਆ ਆ। 134 ਅਮੈਂਡਮੈਂਟ 2020। ਤੁਹਾਨੂੰ ਪਤਾ ਬੱਚੋ ਆਪਣਾ ਜਦੋਂ ਮੁਲਕ ਆਜ਼ਾਦ ਹੋਇਆ ਉਦੋਂ ਆਪਾਂ SC ST ਵਾਸਤੇ ਰੈਜ਼ਰਵੇਸ਼ਨ ਰੱਖੀ ਸੀ, ਤੇ ਆਪਾਂ ਰੱਖੀ ਸੀ 10 ਸਾਲਾਂ ਵਾਸਤੇ। ਤੁਸੀਂ ਕਹੋਗੇ ਹਲੇ ਆਜ਼ਾਦੀ ਤੋਂ ਬਾਅਦ 10 ਸਾਲ ਹੀ ਨਹੀਂ ਹੋਏ। ਜਦੋਂ ਬੱਚੋ 10 ਸਾਲ ਪੂਰੇ ਹੁੰਦੇ ਆ ਨਾ, ਜਿਵੇਂ 60, ਉਹ ਕਹਿੰਦੇ 10 ਸਾਲਾਂ ਵਾਸਤੇ ਹੋਰ ਕਰ ਦਾਂਗੇ। 70, ਉਹ ਕਹਿੰਦੇ 10 ਸਾਲਾਂ ਵਾਸਤੇ ਹੋਰ ਕਰ ਦਾਂਗੇ 1980 ਤੱਕ, ਉਹ ਕਹਿੰਦੇ 10 ਸਾਲਾਂ ਵਾਸਤੇ ਹੋਰ ਕਰ ਦਾਂਗੇ 1990। ਐਂ ਕਰਦੇ ਬੱਚੋ, ਜਦੋਂ ਵੀ ਨਵਾਂ ਦਹਾਕਾ ਸਟਾਰਟ ਹੁੰਦਾ, ਜਦੋਂ ਵੀ ਨਵਾਂ ਡੈਕੇਡ ਸਟਾਰਟ ਹੁੰਦਾ, ਬਸ ਇਹ ਤਾਂ ਫਿਕਸ ਹੈ ਵੀ ਇਹ ਤਾਂ ਰੈਜ਼ਰਵੇਸ਼ਨ SC ST ਆਪਾਂ 10 ਸਾਲਾਂ ਵਾਸਤੇ ਹੋਰ ਐਕਸਟੈਂਡ ਕਰਨੀ ਹੈ। ਹੁਣ 2030 ਤੱਕ ਕਰਤੀ।
ਵੀ ਮਤਲਬ ਸਿਆਸਤ ਲਾ ਲਓ, ਕੁਛ ਮਰਜ਼ੀ ਲਾ ਲਓ, ਵੀ ਸਰਕਾਰ ਤੋਂ ਹਲੇ ਤੱਕ ਦੇਸ਼ 'ਚ ਅਪਲਿਫਟਮੈਂਟ ਨਹੀਂ ਕਰੀ ਗਈ। ਜਿਹੜੇ ਆਜ਼ਾਦੀ ਵੇਲੇ ਆਪਣੇ ਬੰਦੇ ਕਹਿੰਦੇ ਸੀ ਆਪਾਂ 10 ਸਾਲਾਂ 'ਚ ਕਰ ਦਾਂਗੇ। ਤੇ ਇਹਦੇ ਨਾਲ ਹੀ ਬੱਚੋ ਜਿਹੜੀਆਂ ਸੀਟਾਂ ਆਪਣੀਆਂ ਐਂਗਲੋ ਇੰਡੀਅਨ ਕਮਿਊਨਿਟੀ ਵਾਸਤੇ ਸੀਗੀਆਂ, ਵੀ ਰਾਸ਼ਟਰਪਤੀ 2 ਬੰਦੇ ਅਪੁਆਇੰਟ ਕਰਦਾ ਸੀ ਤੇ ਆਪਣਾ ਗਵਰਨਰ 1 ਕਰਦਾ ਸੀ, ਇਹ ਵੀ ਬੱਚੋ ਆਪਾਂ ਖਤਮ ਕਰਤਾ। ਆਪਾਂ ਇਹ ਸੀਟਾਂ ਰਿਮੂਵ ਕਰਤੀਆਂ ਬੱਚੋ। ਇਹ ਅਮੈਂਡਮੈਂਟ ਕਿਹੜੀ ਹੈ? 134 ਅਮੈਂਡਮੈਂਟ 2020। ਇਹਦੇ ਵਿੱਚ SC ST ਦੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਸੀ ਉਹ ਵਧਾਤੀ 10 ਸਾਲਾਂ ਵਾਸਤੇ। ਇਹ ਕੋਈ ਫਸਟ ਟਾਈਮ ਨਹੀਂ ਹੋਇਆ, ਮੁਲਕ ਜਦੋਂ ਆਜ਼ਾਦ ਹੋਇਆ ਉਦੋਂ ਹੀ ਚੱਲੀ ਜਾਂਦਾ। ਹੁਣ ਤੁਹਾਨੂੰ ਮੈਂ ਇੱਕ ਅਮੈਂਡਮੈਂਟ ਪਹਿਲੀ ਲੀਕ ਕਰ ਦਿੰਦਾ ਵੀ 2030 ਚ ਆਹ ਅਮੈਂਡਮੈਂਟ ਪੱਕਾ ਆਉਣੀ ਹੈ ਵੀ ਰਿਜ਼ਰਵੇਸ਼ਨ ਫॉर SC ST ਵਾਸ ਸਟੈਂਡਰਡ ਫॉर ਅਨਦਰ 10 ਇਅਰਸ। ਮੰਨਦੇ ਹੋ ਨਾ? ਪਹਿਲੀ ਅਮੈਂਡਮੈਂਟਾਂ ਲੀਕ ਕਰ ਦੇ ਦੀਆਂ, ਸਮਝ ਗਏ? ਚਲੋ ਫਿਰ ਇਹ ਸਾਰੇ ਬੱਚੋ ਪੁਆਇੰਟ ਰੱਖ ਲਿਓ ਯਾਦ। ਤੇ 105ਵੀਂ ਅਮੈਂਡਮੈਂਟ ਨਹੀਂ ਮੈਂ ਲਿਖਾਉਂਦਾ, ਕੁਛ ਮਰਜ਼ੀ ਹੋ ਜੇ। ਅੱਜ ਤੱਕ 105 ਅਮੈਂਡਮੈਂਟਾਂ ਹੋਈਆਂ ਤੇ ਮੈਂ ਤੁਹਾਨੂੰ ਕਿਹਾ ਹੈ ਵੀ ਆਰਟੀਕਲ ਰੱਟ ਲਓ ਸਾਰੇ। ਦੇਖੋ 105ਵੀਂ ਅਮੈਂਡਮੈਂਟ ਸਰ ਨੇ ਕਿੱਥੇ ਲਿਖਾਈ ਹੋਈ ਹੈ। ਜੇ ਤੁਹਾਨੂੰ ਕਾਪੀ ਤੇ ਨਹੀਂ ਥਿਆ ਰਹੀ ਬਾ ਫਿਰ ਤਾਂ ਭੰਬੜਾ ਭੂ ਹੈ, ਬਸ ਸਿੱਧੀ ਜੀ ਗੱਲ ਹੈ। ਕਾਪੀ ਤੇ ਲਿਖਿਆ ਲੱਭੋ। ਤੇ ਅੱਜ ਤੱਕ 105 ਅਮੈਂਡਮੈਂਟਸ ਹੋ ਗਈਆਂ, ਸਮਝ ਗਏ? ਇਹਦੇ ਨਾਲ ਹੀ ਬੱਚੋ ਫਿਰ ਆਪਣੀਆਂ ਪਾਰਟ ਨੰਬਰ 20 ਜਿਹਨੂੰ ਆਪਾਂ ਕੀ ਬੋਲਦੇ ਹਾਂ? ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ। ਅਮੈਂਡਮੈਂਟ ਆਫ ਦਾ ਕਨਸਟੀਟਿਊਸ਼ਨ। ਜਾਂ ਆਪਾਂ ਐਂ ਕਰਦੇ ਹਾਂ ਯਾਰ, ਆਪਾਂ ਅਗਲੇ ਉਸ ਨੂੰ ਮੈਂ ਲਿਖਾਈ ਦਿੰਨਾ ਸਾਰਾ, ਕਿਉਂਕਿ ਅਗਲੇ ਪਾਰਟ ਦੇ ਵਿੱਚ ਵੀ ਆਪਾਂ ਸਿੰਪਲ ਸਾਰੇ ਪੁਆਇੰਟ ਹੀ ਲਿਖਣੇ ਆ। ਚਲੋ ਲਿਖਦੇ ਹਾਂ, ਕੋਈ ਗੱਲ ਨਹੀਂ। ਪਾਰਟ ਨੰਬਰ 21 ਟਾਈਮ ਕਾਫੀ ਪਿਆ। ਪਾਰਟ ਨੰਬਰ 21। ਪਾਰਟ ਨੰਬਰ 21 ਚ ਬੱਚੋ ਕੀ ਹੈ? ਇਹਦੇ ਵਿੱਚ ਕੁਝ ਸਟੇਟਾਂ ਨੂੰ ਆਪਣੇ ਮੁਲਕ ਦੇ ਵਿੱਚ ਸਪੈਸ਼ਲ ਪ੍ਰੋਵੀਜ਼ਨਸ ਦਿੱਤੇ ਗਏ ਹਨ। ਸਪੈਸ਼ਲ ਪ੍ਰੋਵੀਜ਼ਨਸ, ਮੰਨ ਲਓ ਉਹ ਏਰੀਆ ਬਾਰਡਰ ਏਰੀਆ ਹੈ, ਮੰਨ ਲਓ ਉਹ ਏਰੀਆ ਪਹਾੜੀ ਏਰੀਆ ਹੈ, ਮੰਨ ਲਓ ਉਹ ਏਰੀਆ ਪਿਛੜਾ ਏਰੀਆ ਹੈ, ਮੰਨ ਲਓ ਉਹ ਏਰੀਆ ਸੋਕੇ ਵਾਲਾ ਏਰੀਆ ਮਤਲਬ ਡਰਾਟ ਵਾਲਾ ਏਰੀਆ ਹੈ, ਮੰਨ ਲਓ ਏਰੀਆ ਆਪਾਂ ਕਹਿ ਦਈਏ ਵੀ ਉੱਥੇ ਫਾਰਮਰ ਸੁਸਾਈਡ ਬਾਹਲੀ ਹੁੰਦੀ ਹੈ, ਮੰਨ ਲਓ ਏਰੀਆ 'ਚ ਟਰਾਈਬਲ ਪਾਪੂਲੇਸ਼ਨ ਬਾਹਲੀ ਜ਼ਿਆਦਾ ਹੈ। ਵੀ ਵੱਖ-ਵੱਖ ਪੈਰਾਮੀਟਰਸ ਦੇ ਆਧਾਰ ਤੇ ਆਪਾਂ ਆਪਣੇ ਮੁਲਕ ਦੇ ਵਿੱਚ ਕੁਝ ਸਟੇਟਾਂ ਨੂੰ ਸਪੈਸ਼ਲ ਪ੍ਰੋਵੀਜ਼ਨਸ ਦਿੱਤੇ ਹੋਏ ਹੈ। ਫਿਰ ਤੁਸੀਂ ਕਹੋ ਵੀ ਸਰ ਅਸੀਂ ਕੀ ਯਾਦ ਕਰਨਾ ਹੈ? ਲਿਖਾਉਣਾ ਆਰਟੀਕਲ। ਤੁਸੀਂ ਕੀ ਯਾਦ ਕਰਨਾ ਹੈ? ਵੀ ਕਿਹੜੇ ਆਰਟੀਕਲ ਨੰਬਰ ਤਹਿਤ ਕਿਹੜਾ ਸਪੈਸ਼ਲ ਪ੍ਰੋਵੀਜ਼ਨ ਕਿਹੜੀ ਸਟੇਟ ਨੂੰ ਮਿਲਿਆ, ਤੁਸੀਂ ਐਂ ਯਾਦ ਕਰਨਾ ਹੈ। ਪਾਰਟ ਨੰਬਰ 21। ਪਾਰਟ 21 ਵਿੱਚ ਕੀ ਲਿਖਿਆ ਹੈ? ਟੈਂਪਰਰੀ, ਕੌਮਾ transitional and special provisions। temporary, transitional and special provisions ਕਿੰਨੇ ਆਰਟੀਕਲ ਆ ਬੱਚੋ? 369 ਤੋਂ ਲੈ ਕੇ 369 ਤੋਂ ਲੈ ਕੇ 392। ਬੱਚੇ ਨੇ ਸੁਣਿਆ ਹੋਊਗਾ, ਬੱਚੇ ਨੇ, ਜਿਹਦੀ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ। 370 ਇਹਦੇ ਵਿੱਚ ਬੱਚੋ ਆਪਾਂ ਸਪੈਸ਼ਲ ਪ੍ਰੋਵੀਜ਼ਨ ਕਿਹਨੂੰ ਦਿੱਤਾ ਸੀ? ਸਪੈਸ਼ਲ ਪ੍ਰੋਵੀਜ਼ਨ ਫॉर ਜੰਮੂ ਐਂਡ ਕਸ਼ਮੀਰ। ਇੱਕ ਚੀਜ਼ ਹੋਰ ਵੀ ਹੈ, ਬਹੁਤ ਵਿਰੋਧੀ ਧਿਰ ਨੇ ਕਿਹਾ ਵੀ ਇਹ ਤਾਂ ਸੰਵਿਧਾਨ ਦੀਆਂ ਧੱਜੀਆਂ ਉਡਾਈ ਜਾਂਦੀ ਹੈ ਸਰਕਾਰ, ਜੇ ਹੈ ਉਹ ਹੈ। ਨਹੀਂ ਬੱਚੋ, ਸੰਵਿਧਾਨ ਦੀ ਉਲੰਘਣਾ ਨਹੀਂ ਹੋਈ। ਆਪਾਂ ਇਹ ਸਪੈਸ਼ਲ ਪ੍ਰੋਵੀਜ਼ਨ ਖਤਮ ਕਰੀ ਹੈ, ਕਿਉਂਕਿ ਸੰਵਿਧਾਨ 'ਚ ਲਿਖਿਆ ਹੋਇਆ ਹੈ ਇਹ ਸਾਰੀਆਂ ਪ੍ਰੋਵੀਜ਼ਨਾਂ ਟੈਂਪਰਰੀ ਹੁੰਦੀਆਂ। ਇਹ ਸਰਕਾਰ ਦੀ ਪਾਰਲੀਮੈਂਟ ਦੀ ਮਰਜ਼ੀ ਹੈ, ਕਦੋਂ ਮਰਜ਼ੀ ਕਿਸੇ ਨੂੰ ਦੇਵੇ, ਕਦੋਂ ਮਰਜ਼ੀ ਕਿਸੇ ਤੋਂ ਖੋਵੇ, ਇਹ ਮਰਜ਼ੀ ਆ ਉਹਨਾਂ ਦੀ ਹੈ। ਸਮਝੇ ਮੇਰੀ ਗੱਲ? ਫਿਰ ਆਰਟੀਕਲ ਨੰਬਰ 371 ਸਪੈਸ਼ਲ ਪ੍ਰੋਵੀਜ਼ਨ ਫॉर महाराष्ट्र, गुजरात एंड हिमाचल प्रदेश। महाराष्ट्र, गुजरात एंड हिमाचल प्रदेश। फिर बच्चों आ गया आर्टिकल 371A स्पेशल प्रोविजन फॉर नागालैंड। फिर बच्चों आ गया 371B स्पेशल प्रोविजन फॉर असम। सो अज की क्लास ओवरऑल बहुत टफ आ बच्चों, कोई गल नहीं, फिर एंड ते जांदे काम टफ होंदा ही होंदा। 371C स्पेशल प्रोविजन फॉर मणिपुर। बस 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 घबराया ना, बस बस लग गया, ठीक है लग गया। 371D स्पेशल प्रोविजन फॉर आंध्र प्रदेश। इनू काली च अरुणाचल प्रदेश ना पालियो वीरो, रिक्वेस्ट ही है, ध्यान ना पढ़ना। आंध्र प्रदेश कर लो नोट। 370 स्पेशल प्रोविजन फॉर जम्मू एंड कश्मीर है।
371 स्पेशल प्रोविजन फॉर महाराष्ट्र, गुजरात, हिमाचल है। 371A स्पेशल प्रोविजन फॉर नागालैंड है। 371B स्पेशल प्रोविजन फॉर असम है। फिर अपना मणिपुर है, फिर अपना आंध्र प्रदेश है। गाहां सुनो मैं ई नहीं लिखाऊंगा, ई याद रखना अपा एफ आ सीधा 371F स्पेशल प्रोविजन फॉर सिक्किम, स्पेशल प्रोविजन फॉर सिक्किम। 37F ABCDEFG स्पेशल प्रोविजन फॉर मिजोरम, स्पेशल प्रोविजन फॉर मिजोरम। ABCDEFG फिर क्या होगा कहाँ H 371H स्पेशल प्रोविजन फॉर अरुणाचल प्रदेश। ABCDEFGH आई बस लास्ट ही है आई स्पेशल प्रोविजन फॉर इत्थे देखना है मैं इत्थे एक ਤੁਹਾਨੂੰ ਏਰੀਆ ਲਿਖਾਉਂ ਕਿਹੜਾ ਲਿਖਾਉਂਗਾ अच्छा आई लिखा ਆਪਾਂ ਗਾਹਾਂ J ਤੱਕ ਵੀ ਹੈਗਾ ਯਾਰ ਛੱਡ ਦਿਓ 371J आई ਕਿਹਦੇ ਵਾਸਤੇ ਹੈ ਗੋਆ ਆਇਆ ਰੱਖ ਲੈਣਾ आई ਇਹਦਾ ਆਪਣਾ ਗੋਹੇ 'ਚ ਨਹੀਂ ਪੈਰ ਟਿਕ ਜਾਂਦਾ वैसे याद कराउन दा तरीका कम लियो जो गोहे च पैर टिक जांदा अपना आई बजा रख लियो 371 आई स्पेशल प्रोविजन फॉर गोवा फिर 371 जे स्पेशल प्रोविजन फॉर कर्नाटका एंड हैदराबाद चेक भी मित्रों बन गई गल एवें छड्ड के जा वड़दे बिना गल्लों 371 महाराष्ट्र गुजरात हिमाचल प्रदेश 371A नागालैंड है फिर मणिपुर है सॉरी असम है फिर मणिपुर है फिर आंध्र प्रदेश है फिर सीधा अपना सिक्किम है मिजोरम है अरुणाचल प्रदेश है गोवा फिर बच्चे अपना कर्नाटका ते हैदराबाद है कापी ते नोट करना है वीडियो देख के छड्डे होना क्वेश्चन ही हैगे आपां समझे मेरी गल चलो भी ਇਹਦੇ ਨਾਲ ਹੀ ਫਿਰ ਬੱਚਿਓ ਆਪਣੇ ਸੰਵਿਧਾਨ ਦਾ ਸਭ ਤੋਂ ਐਂਡ ਪਾਰਟ ਨੰਬਰ 22ਵਾਂ ਪਾਰਟ 22ਵੇਂ ਦਾ ਬੱਚੋ ਨਾਮ ਕੀ ਹੈ ਪਾਰਟ 22ਵੇਂ ਚ ਕੀ ਹੈ ਅਸਲ ਦੇ ਵਿੱਚ ਪਾਰਟ 22ਵੇਂ ਚ ਕੀ ਹੈ ਪਾਰਟ 22ਵੇਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਆਪਾਂ ਉੱਪਰ 21 ਪਾਰਟਾਂ ਦੇ ਵਿੱਚ ਕੀ ਕਮਲ ਕੁੱਟਿਆ ਮਤਲਬ ਸਰ ਤੁਸੀਂ ਕਹੋਗੇ ਕੀ ਗੱਲ ਬਣੀ ਵੀ ਆਪਣੇ ਸੰਵਿਧਾਨ ਦੇ ਵਿੱਚ ਕਿਹੜੇ ਕਿਹੜੇ ਅੱਖਰ ਆਪਾਂ ਸ਼ਾਰਟ ਵਰਤੇ ਆ ਜਿਵੇਂ ਮੈਂ ਅਕਸਰ ਪ੍ਰੈਜ਼ੀਡੈਂਟ ਐਂ ਪਾ ਦਿੰਦਾ ਸੀ ਮੈਂ ਕਨਸਟੀਟਿਊਸ਼ਨ ਹਮੇਸ਼ਾ ਹੀ ਪਾਉਣੇ ਆਪਾਂ ਕਨਸਟੀਟਿਊਐਂਟ ਅਸੈਂਬਲੀ ਨੂੰ ਮੈਂ ਸਮਝਿਆ CA ਪਾ ਲਓ ਵੀ ਕਿਹੜੇ ਕਿਹੜੇ ਅੱਖਰ ਆਪਾਂ ਸ਼ਾਰਟ ਵਰਤੇ ਆ ਕਿਹੜੇ ਅੱਖਰ ਆਪਾਂ ਡਿਲੀਟ ਕਰਤੇ ਕਿਹੜੇ ਆਪਾਂ ਚੀਜ਼ਾਂ ਨਵੀਆਂ ਲਾਗੂ ਕੀਤੀਆਂ ਉਹ ਪਾਰਟ 22ਵੇਂ ਚ ਹੈ ਸੋ ਈਜੀ ਯਾਰ ਸ਼ਾਰਟ ਟਾਈਟਲਸ ਕੌਮਾ ਕਮੈਂਸਮੈਂਟਸ ਕੌਮਾ ਕਮੈਂਸਮੈਂਟਸ मतलब ਵੀ ਕੀ ਕੁਛ ਨਵਾਂ ਲਿਆਂਦਾ